श्री वाहिगुरु साहिब जी दोहरा। दया सिंह दे सिमरते गयो भयो चिरकाल। मिलियो के न तुर पेश को लागी बिलम बसाल दोहरा। दया सिंह को सिमरते ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਪਰਮ ਪ੍ਰੀਤਵਾਨ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ, ਨਿਥਾਵਿਆਂ ਦੇ ਥਾਵ ਅੰਤਰਯਾਮੀ ਸਤਿਗੁਰੂ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠਣ ਦਾ ਸੁਭਾਗ ਸਮਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਪ੍ਰਾਪਤ ਹੋ ਰਿਹਾ ਹੈ। ਸੰਧਿਆ ਸਮੇਂ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਨਿੱਤਾ ਪ੍ਰਤੀ ਦੀ ਤਰ੍ਹਾਂ ਸਤਿਗੁਰਾਂ ਦੇ ਪਾਵਨ ਗੁਰ ਇਤਿਹਾਸ ਦੀ ਲੜੀਵਾਰ ਕਥਾ ਨਾਲ ਜੁੜਨ ਦਾ ਸਮਾਂ ਮਿਲ ਰਿਹਾ ਹੈ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਸੁੰਦਰ ਕਥਾ ਜੋ ਸਤਿਗੁਰਾਂ ਦੇ ਇਸ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਆਪ ਜੀ ਨਿੱਤਾ ਪ੍ਰਤੀ ਸਰਵਣ ਕਰਦੇ ਹੋ। ਕਲਗੀਆਂ ਵਾਲੇ ਪਾਤਸ਼ਾਹ, ਅੰਮ੍ਰਿਤ ਕੇ ਦਾਤੇ, ਬਾਜਾਂ ਵਾਲੇ, ਤਾਜਾਂ ਵਾਲੇ, ਨੀਲੇ ਦੇ ਸ਼ਾਹ ਅਸਵਾਰ, ਸਰਬੰਸਦਾਨੀ ਸਾਹਿਬੇ ਕਮਾਲ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਾਲਵੇ ਦੀ ਧਰਤੀ ਦੇ ਉੱਤੇ ਸੰਗਤਾਂ ਨੂੰ ਤਾਰ ਰਹੇ ਹਨ। ਸ੍ਰੀ ਦਮਦਮਾ ਸਾਹਿਬ ਵਿਖੇ ਸਤਿਗੁਰੂ ਸਾਹਿਬ ਜੀ ਨੇ ਬਹੁਤ ਲੰਮਾ ਸਮਾਂ ਬਿਤਾਇਆ। ਮਾਲਵੇ ਨੂੰ ਮਾਲੋ ਮਾਲ ਹੋਣ ਦੇ ਵਰ ਦਿੱਤੇ। ਭਾਈ ਡੱਲੇ ਵਰਗੇ ਅਤੇ ਹੋਰ ਬੇਅੰਤ ਗੁਰਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੰਘ ਸਜੇ। ਭਾਈ ਡੱਲ ਸਿੰਘ ਬਣਿਆ ਇਹ ਡੱਲਾ ਬਰਾੜ, ਨਾਲ ਇਸ ਦੀਆਂ ਫੌਜਾਂ ਵੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਬੇਅੰਤ ਸੰਗਤਾਂ ਵੱਖੋ ਵੱਖ ਇਲਾਕਿਆਂ ਤੋਂ ਚੱਲ ਕੇ ਆਉਂਦੀਆਂ ਹਨ। ਕਾਬਲ ਕੰਧਾਰ ਤੱਕ ਦੀਆਂ ਸੰਗਤਾਂ ਨੂੰ ਵੀ, ਗ੍ਰਸਤੀਆਂ ਨੂੰ ਜਦੋਂ ਪਤਾ ਲੱਗਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਤੋਂ ਬਾਅਦ ਹੁਣ ਮਾਲਵੇ ਦੀ ਧਰਤੀ ਦੇ ਉੱਤੇ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਹਨ, ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਿੱਤਾ ਪ੍ਰਤੀ ਪਹੁੰਚਦੀਆਂ ਹਨ। ਕੁਝ ਕੁ ਸਿੰਘ 10 ਕੁ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਏ। ਉਹਨਾਂ ਨੇ ਆ ਕੇ ਖਬਰ ਦਿੱਤੀ, ਮਹਾਰਾਜ ਕੋਟਕਪੂਰੇ ਦਾ ਚੌਧਰੀ ਕਪੂਰਾ ਉਹ ਈਸੇ ਖਾਂ ਨੇ ਮਾਰ ਦਿੱਤਾ ਹੈ। ਪਹਿਲਾਂ ਮਹਾਰਾਜ ਇਹਨਾਂ ਦੀ ਲੜਾਈ ਹੋਈ ਆਪਸ ਦੇ ਵਿੱਚ ਬਹੁਤ। ਇਹਦੇ ਬਰਗਾੜੀ ਵਾਲੇ ਸ਼ਰੀਕਾਂ ਦੇ ਨਾਲ ਇਹਨਾਂ ਨੇ ਸੋਢੀ ਕੌਲ ਰਾਏ ਦੇ 2 ਪੋਤਰਿਆਂ ਨੂੰ, ਸ੍ਰੀ ਰਾਮ ਨੂੰ ਤੇ ਪ੍ਰਜਾਪਤ ਨੂੰ, ਅਭੈ ਰਾਮ ਦੇ ਪੁੱਤਰਾਂ ਨੂੰ ਮਾਰ ਦਿੱਤਾ। ਉਹਨਾਂ ਨੇ ਮਹਾਰਾਜ ਇਹਨੂੰ ਸਰਾਪ ਦਿੱਤਾ ਵੀ ਜਾ ਤੈਨੂੰ ਤੁਰਕ ਫਾਹਾ ਦੇ ਕੇ ਮਾਰ ਦੇਣ, ਤੇਰੇ ਮੂੰਹ ਦੇ ਉੱਤੇ ਖੇਹ ਦਾ ਤੋਬਰਾ ਚਾੜਿਆ ਜਾਵੇ, ਤੇਰਾ ਅੰਤ ਬੁਰੇ ਹਾਲੀ ਹੋਵੇ। ਇਹ ਸਰਾਪ ਦੇ ਦਿੱਤਾ। ਮਹਾਰਾਜ ਆਪ ਜੀ ਦੇ ਵੀ ਬਚਨ ਫਲੀਭੂਤ ਹੋ ਗਏ। ਜੋ ਆਪ ਜੀ ਬਚਨ ਕਰਕੇ ਆਏ ਸੀ ਵੀ ਚੌਧਰੀ ਕਪੂਰਿਆ, ਜੇ ਤੂੰ ਆ ਕਿਲਾ ਸਾਨੂੰ ਜੰਗ ਲੜਨ ਵਾਸਤੇ ਨਹੀਂ ਦਿੰਦਾ ਤੇ ਇਹ ਕਿਲੇ ਵਿੱਚ ਰਹਿਣਾ ਨਸੀਬ ਤੈਨੂੰ ਵੀ ਨਹੀਂ ਹੋਵੇਗਾ, ਤੇਰੀਆਂ ਜੜ੍ਹਾਂ ਪੁੱਟੀਆਂ ਜਾਣਗੀਆਂ। ਤੂੰ ਕਪੂਰਾ ਨਹੀਂ, ਤੂੰ ਤੁਰਕਾਂ ਦਾ ਕਤੂਰਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਬਚਨ ਕਰਕੇ ਆ ਗਏ ਸਨ। ਸਿੱਖ ਸੰਗਤਾਂ ਨੇ ਦੱਸਿਆ ਮਹਾਰਾਜ ਈਸੇ ਖਾਂ ਵਾਲੇ ਨੇ, ਕੋਟ ਈਸੇ ਖਾਂ ਵਾਲੇ, ਈਸੇ ਖਾਂ ਤੁਰਕ ਨੇ, ਪਠਾਨ ਨੇ ਤੇ ਹਮਲਾ ਕੀਤਾ। ਇਹਦੇ ਕਿਲੇ ਉੱਤੇ ਚੜ੍ਹ ਗਏ। ਇਹਨੂੰ ਘਾਹ ਵਿੱਚ ਲੁਕੇ ਹੋਏ ਨੂੰ ਲੱਭ ਕੇ ਉਹਨਾਂ ਨੇ ਗ੍ਰਿਫਤਾਰ ਕਰ ਲਿਆ। ਰਸਤੇ ਵਿੱਚ ਜਾਂਦਿਆਂ ਹੋਇਆਂ ਇੱਕ ਤਲਾਅ ਦੇ ਕੰਢੇ ਜੰਡ ਦੇ ਦਰਖਤ ਦੇ ਨਾਲ ਇਸ ਨੂੰ ਫਾਹਾ ਦਿੱਤਾ। ਇਹਨੇ ਮਹਾਰਾਜ ਆਪਣੀ ਅੰਤਮ ਇੱਛਾ ਦੱਸੀ ਵੀ ਮੈਂ ਗੁਰੂ ਤੋਂ ਬੇਮੁਖ ਹੋਇਆ, ਮੇਰੇ ਗੁਰੂ ਦੇ ਬਚਨ ਪੂਰੇ ਕਰ ਦਿਓ, ਮੇਰੇ ਮੂੰਹ ਉੱਤੇ ਗੰਦਗੀ ਵਾਲਾ ਬੋਰਾ, ਗੰਦਗੀ ਵਾਲਾ ਤੋਬਰਾ ਵੀ ਚਾੜੋ, ਫਿਰ ਮੈਨੂੰ ਫਾਹਾ ਦਿਓ, ਨਹੀਂ ਤਾਂ ਮੈਨੂੰ ਗੁਰੂ ਦਾ ਬਚਨ ਪੂਰਾ ਕਰਨ ਵਾਸਤੇ ਹੋਰ ਜਨਮ ਲੈਣਾ ਪਵੇਗਾ। ਸੋ ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਦੱਸਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਚਨ ਸੱਤ ਹੋਏ। ਸਾਰੀਆਂ ਸੰਗਤਾਂ ਸਤਿਗੁਰੂ ਜੀ ਦੇ ਬਚਨਾਂ ਦੇ ਉੱਤੇ ਸ਼ਰਧਾ ਕਰਕੇ ਮਹਾਰਾਜ ਨੂੰ ਬਾਰੰਬਾਰ ਨਮਸਕਾਰ ਕਰਦੀਆਂ। ਮਹਾਰਾਜ ਪੁੱਛਦੇ, ਭਾਈ ਧਰਤੀ ਕਿਹਦੇ ਆਸਰੇ ਖੜੀ ਹੈ? ਕਿਸੇ ਨੇ ਕਿਹਾ ਮਹਾਰਾਜ ਧੌਲੇ ਬਲਦ ਦੇ ਸਿੰਘਾਂ ਦੇ ਉੱਤੇ ਖੜੀ ਹੈ।
ਮਹਾਰਾਜ ਕਹਿੰਦੇ ਬਲਦ ਕਿਹਦੇ ਉੱਤੇ ਖੜਾ ਹੈ? ਕਹਿੰਦੇ ਜੀ ਸ਼ੇਸ਼ਨਾਗ ਦੇ ਫਣ ਦੇ ਉੱਤੇ ਖੜਾ ਹੈ। ਮਹਾਰਾਜ ਕਹਿੰਦੇ ਫਿਰ ਸ਼ੇਸ਼ਨਾਗ ਕਿਹਦੇ ਉੱਤੇ ਖੜਾ ਹੈ? ਜੇ ਧਰਤੀ ਨੂੰ ਉਹਨੇ ਚੱਕਿਆ, ਥੱਲੇ ਤਾਂ ਕੋਈ ਆਸਰਾ ਹੋਣਾ ਚਾਹੀਦਾ ਨਾ। ਕਹਿੰਦੇ ਫਿਰ ਸ਼ੇਸ਼ਨਾਗ ਦੱਸੋ ਕਿਵੇਂ ਖੜਾ ਹੈ? ਕਹਿੰਦੇ ਮਹਾਰਾਜ ਸ਼ੇਸ਼ਨਾਗ ਖੜਾ ਹੈ ਕੱਛੂ ਕੁੰਮੇ ਦੀ ਪਿੱਠ ਦੇ ਉੱਤੇ। ਤੇ ਕਹਿੰਦੇ ਜੀ ਕੱਛੂ ਕੁੰਮਾ ਉਹ ਕਾਹਦੇ ਉੱਤੇ ਖੜਾ, ਉਹਨੂੰ ਕਾਹਦਾ ਆਸਰਾ ਹੈ? ਕਹਿੰਦੇ ਜੀ ਉਹ ਬਰਾਹ ਦੇ ਸੂਰ ਦੇ ਦੰਦਾਂ ਦੇ ਹੁੱਡਾਂ ਦੇ ਉੱਤੇ ਖੜਾ ਹੈ, ਉਹਦੀਆਂ ਨੇਸਾਂ ਦੇ ਉੱਤੇ ਖੜਾ ਹੈ। ਤੇ ਮਹਾਰਾਜ ਕਹਿੰਦੇ ਉਹਨੂੰ ਖੜਾਉਣ ਵਾਲਾ ਥੱਲੇ ਕੌਣ ਹੈ? ਕਿਸੇ ਨੂੰ ਕੋਈ ਜਵਾਬ ਨਾ ਆਇਆ। ਮਹਾਰਾਜ ਆਪ ਜੀ ਉੱਤਰ ਦਿਓ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਵੇਂ ਸੂਰਜ ਚੰਦ ਤਾਰੇ ਸਭ ਕੁਝ ਸੱਚ ਦੇ ਆਸਰੇ ਖੜਾ ਨਾ, ਇਹ ਧਰਤੀ ਵੀ ਸੱਚ ਦੇ ਆਸਰੇ ਖੜੀ ਹੈ। ਜੇ ਸੱਚ ਨਾ ਹੋਵੇ, ਵਾਹਿਗੁਰੂ ਪਰਮੇਸ਼ਰ ਨਾ ਹੋਵੇ, ਕਿਉਂਕਿ ਸੱਚ ਤਾਂ ਵਾਹਿਗੁਰੂ ਹੀ ਹੈ ਨਾ, ਬਾਕੀ ਤਾਂ ਸਭ ਕੁਝ ਦ੍ਰਿਸ਼ਟਮਾਨ ਹੈ, ਸਗਲ ਮਥਿਨਾ। ਜੇ ਸੱਚ ਕਿਹਾ, ਸਤ ਕਿਸੇ ਵਸਤੂ ਨੂੰ ਕਿਹਾ, ਤੇ ਸਤਿਗੁਰੂ ਜੀ ਕਹਿੰਦੇ ਇੱਕ ਓੰਕਾਰ ਸਤਨਾਮ। ਉਹ ਅਕਾਲ ਪੁਰਖ ਵਾਹਿਗੁਰੂ ਸਤ ਹੈ। ਤ੍ਰਈ ਕਾਲ ਅਬਾਦ ਤਵੰ ਸਤ ਤਵੰ, ਜਿਹਦਾ ਤਿੰਨੇ ਕਾਲਾਂ ਵਿੱਚ ਨਾਸ਼ ਨਹੀਂ ਹੁੰਦਾ, ਉਹ ਸਤ ਹੈ। ਉਹ ਸਤ ਦੇ ਆਸਰੇ, ਸੱਚ ਦੇ ਆਸਰੇ ਇਹ ਧਰਤੀ ਖੜੀ ਹੈ। ਇੱਥੇ ਤੱਕ ਆਪਾਂ ਕੱਲ ਇਤਿਹਾਸ ਸਰਵਣ ਕੀਤਾ ਸੀ। ਆਓ ਅੱਗੇ ਜਿਵੇਂ ਨਵਾਂ ਪ੍ਰਸੰਗ ਅੱਜ ਸ਼ੁਰੂ ਹੋ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਨੰਨ ਸਿੱਖ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ, ਪੰਜ ਪਿਆਰਿਆਂ ਵਿੱਚੋਂ ਪਹਿਲੇ ਦੋ ਪਿਆਰੇ। ਸੋ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਦੀਨੇ ਕਾਂਗੜ ਦੀ ਧਰਤੀ ਦੇ ਉੱਤੇ ਜ਼ਫਰਨਾਮਾ ਲਿਖਿਆ, ਜਿੱਤ ਦੀ ਚਿੱਠੀ ਲਿਖੀ ਹੈ, ਇਹਨਾਂ ਦੋਵਾਂ ਸਿੰਘਾਂ ਦੀ ਜ਼ਿੰਮੇਵਾਰੀ ਲਾਈ ਹੈ ਕਿ ਤੁਸੀਂ ਔਰੰਗਜ਼ੇਬ ਤੱਕ ਸਾਡਾ ਇਹ ਸੁਨੇਹਾ ਪਹੁੰਚਾਉਣਾ ਹੈ। ਇਹ ਦੋਵੇਂ ਸਿੰਘ ਗਏ ਹੋਏ ਹੈ ਔਰ ਔਰੰਗਜ਼ੇਬ ਉਸ ਵੇਲੇ ਦਿੱਲੀ ਵਿੱਚ ਨਹੀਂ ਹੈ, ਦੱਖਣ ਵਿੱਚ ਚਲਿਆ ਗਿਆ ਸੀ। ਕਿਉਂਕਿ ਨੌਵੇਂ ਪਾਤਸ਼ਾਹ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਇਹਨੇ ਸ਼ਹੀਦ ਕੀਤਾ ਹੈ, ਉਸ ਤੋਂ ਬਾਅਦ ਭਾਈ ਮਤੀ ਦਾਸ, ਭਾਈ ਸਤੀ ਦਾਸ ਵਰਗੇ ਨਾਲ ਜਿਹੜੇ ਸਿੰਘ ਸ਼ਹੀਦ ਹੋਏ ਸੀ ਨਾ ਮਹਾਰਾਜ ਦੇ, ਉਹਨਾਂ ਨੇ ਪਿਆਰਿਓ ਰਾਤ ਨੂੰ ਆ ਕੇ ਇਹਦਾ ਪਲੰਘਾ ਉਲੱਦ ਦੇਣਾ, ਪਏ ਪਏ ਨੂੰ ਭੜਕਾ ਕੇ ਮਾਰਨਾ। ਇਹਨੂੰ ਚੈਨ ਨਹੀਂ ਸੀ ਆਉਂਦਾ। ਸ਼ਰਈ ਸੀ ਇਹ, ਪਰ ਡਰਦਾ ਆਪਣੇ ਮੁੱਲਾਂ ਮੁਲਾਣਿਆਂ ਨੂੰ ਵੀ ਨਹੀਂ ਸੀ ਦੱਸਦਾ ਵੀ ਮੇਰੀ ਹੱਤਕ ਹੁੰਦੀ ਹੈ। ਇਸ ਕਰਕੇ ਇਹਨੇ ਬਹਾਨੇਬਾਜ਼ੀ ਕੀਤੀ। ਕਹਿੰਦਾ ਮੈਂ ਮਰਹਟਿਆਂ ਨੂੰ ਦਬਾਉਣ ਵਾਸਤੇ ਇੱਕ ਮੁਹਿੰਮ ਦੇ ਉੱਤੇ ਦੱਖਣ ਵੱਲ ਜਾ ਰਿਹਾ ਹਾਂ। ਉੱਥੇ ਜਾ ਕੇ ਜਿੱਥੇ ਔਰੰਗਾਬਾਦ ਨਾਂ ਦੀ ਜਗ੍ਹਾ, ਔਰੰਗਾਬਾਦ ਜਾਂ ਨੌਰੰਗਾਬਾਦ ਦੋਵੇਂ ਨਾਂ ਲਏ ਜਾਂਦੇ ਹੈ, ਸੋ ਉਸ ਜਗ੍ਹਾ ਦੇ ਉੱਤੇ ਜਾ ਕੇ ਇਹਨੇ ਟਿਕਾਣਾ ਕਰ ਲਿਆ ਸੀ। ਔਰ ਉਸ ਤੋਂ ਬਾਅਦ ਇਹ ਮੁੜ ਦਿੱਲੀ ਨਹੀਂ ਆਇਆ। ਜਿਉਂ ਸਤਿਗੁਰੂ ਨੌਵੇਂ ਪਾਤਸ਼ਾਹ ਨੂੰ ਇਹਨੇ ਸ਼ਹੀਦ ਕੀਤਾ, ਦਿੱਲੀ ਤਾਂ ਇਹਨੂੰ ਰਹਿਣਾ ਹੀ ਨਹੀਂ ਮਿਲਿਆ, ਕਿਉਂਕਿ ਐਡਾ ਵੱਡਾ ਜ਼ੁਲਮ ਜੋ ਕੀਤਾ ਸੀ। ਸ਼ਹੀਦ ਸਿੰਘ ਕਿਵੇਂ ਟਿਕਣ ਦੇ ਦਿੰਦੇ? ਬੜਾ ਦੁਖੀ ਹੋਇਆ ਤੇ ਆ ਬਹਾਨੇਬਾਜ਼ੀ ਕਰਕੇ ਆਪਣੇ ਰਾਜਕਾਜ ਵਾਲਿਆਂ ਦੇ ਨਾਲ ਇਹ ਫਿਰ ਔਰੰਗਾ ਸੀ ਜਿਹੜਾ, ਇਹ ਔਰੰਗਾਬਾਦ ਚਲਿਆ ਗਿਆ। ਇਧਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੀਨੇ ਕਾਂਗੜ ਦੀ ਧਰਤੀ ਦੇ ਉੱਤੇ ਇਹ ਸਾਰਾ ਹਾਲ ਚਿੱਠੀ ਦੇ ਵਿੱਚ ਲਿਖਿਆ, ਜ਼ਫਰਨਾਮੇ ਦੇ ਵਿੱਚ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਜੋ ਫਾਰਸੀ ਦੇ ਵਿੱਚ ਇਹ ਚਿੱਠੀ ਲਿਖੀ, ਇਸ ਦੇ ਵਿੱਚ ਪਹਿਲਾਂ ਸਤਿਗੁਰੂ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਮੰਗਲ ਕੀਤਾ। ਉਸ ਤੋਂ ਬਾਅਦ 12 ਹਕਾਇਤਾਂ ਲਿਖੀਆਂ, ਜਿਸ ਵਿੱਚ ਚਮਕੌਰ ਦੀ ਜੰਗ ਦਾ ਸੰਖੇਪ ਵਰਣਨ ਕੀਤਾ। ਔਰ ਇਸ ਔਰੰਗੇ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅਸਲ ਸ਼ੀਸ਼ਾ ਦਿਖਾਇਆ ਵੀ ਤੂੰ ਹੈ ਕੀ ਚੀਜ਼ ਹੈ, ਤੂੰ ਆਪਣੇ ਆਪ ਨੂੰ ਸਮਝਦਾ ਕੀ ਹੈ ਤੇ ਤੂੰ ਤੇਰਾ ਵਾਸਤਵ ਸਰੂਪ ਕੀ ਹੈ। ਇਸ ਖਤ ਨੂੰ ਸਤਿਗੁਰੂ ਜੀ ਦੇ ਨੂੰ ਪੜ੍ਹ ਕੇ ਇਹ ਔਰੰਗਾ ਇੱਕਦਮ ਕੰਬ ਗਿਆ ਸੀ, ਅੰਦਰੋਂ ਇਹਦੀ ਰੂਹ ਕੰਬ ਗਈ ਸੀ ਪਾਪਾਂ ਦੇ ਨਾਲ। ਮਹਾਰਾਜ ਨੇ ਪਾਪ ਜੋ ਚੇਤੇ ਕਰਵਾ ਦਿੱਤੇ ਤੇ ਇਹਦੇ ਸਰੀਰ ਦੇ ਵਿੱਚ ਅੰਤੜੀਆਂ ਵਿੱਚ, ਆਂਦਰਾਂ ਵਿੱਚ ਪਾਕ ਪੈ ਗਈ ਸੀ। ਜੋ ਵੀ ਖਾਂਦਾ ਰੋਟੀ ਭੋਜਨ ਇਹ ਉਹ ਗੰਦਗੀ ਬਣ ਕੇ ਇਹਦੇ ਮੂੰਹ ਰਾਹੀਂ ਵਾਪਸ ਬਾਹਰ ਆਉਣ ਲੱਗ ਗਿਆ ਸੀ। ਮੂੰਹ ਰਾਹੀਂ ਗੰਦਗੀ ਕੱਢਦਾ ਰਿਹਾ, ਇੰਨਾ ਬੁਰੇ ਹਾਲ ਹੀ ਮਰਿਆ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਜੋ ਜ਼ਫਰਨਾਮਾ ਲਿਖਿਆ ਹੈ, ਜਿਵੇਂ ਆਪਾਂ ਆਦ ਬਾਣੀ ਦਾ ਸਹਿਜ ਪਾਠ ਸਾਹਿਬ ਜਾਂ ਅਖੰਡ ਪਾਠ ਸਾਹਿਬ ਕਰਦੇ ਆਂ,
ਸ਼ਲੋਕ ਮਹੱਲਾ ਨਾਵਾਂ ਜਦੋਂ ਆਉਂਦਾ ਹੈ, ਉਸ ਤੋਂ ਪਹਿਲਾਂ ਮਰਿਆਦਾ ਦੇ ਮੁਤਾਬਕ ਕੜਾਹ ਪ੍ਰਸ਼ਾਦ ਦੀ ਦੇਗ ਸਤਿਗੁਰੂ ਸਾਹਿਬ ਜੀ ਦੇ ਹਜ਼ੂਰ ਆ ਜਾਣੀ ਚਾਹੀਦੀ ਹੁੰਦੀ ਹੈ। ਇਹ ਜਿਹੜੇ ਭਾਵਨਾ ਵਾਲੇ ਮਰਿਆਦਾ ਵਾਲੇ ਸਿੰਘ ਹੈ, ਉਹਨਾਂ ਨੂੰ ਸਾਰਿਆਂ ਨੂੰ ਇਹਦਾ ਮਰਿਆਦਾ ਦਾ ਪਤਾ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਸਹਿਜ ਪਾਠ ਜਾਂ ਅਖੰਡ ਪਾਠ ਸਾਹਿਬ ਕੀਤਾ ਜਾਂਦਾ ਹੈ, ਹਕਾਇਤਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਆਉਣੀ ਜ਼ਰੂਰੀ ਹੁੰਦੀ ਹੈ, ਫਿਰ ਭੋਗ ਪੈਂਦਾ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਜ਼ਾਫਰਨਾਮਾ ਦੀਨੇ ਕਾਂਗੜ ਦੀ ਧਰਤੀ ਤੋਂ ਲਿਖ ਕੇ ਭਾਈ ਦਇਆ ਸਿੰਘ ਜੀ ਦੇ ਹੱਥੀਂ ਨਾਲ ਭਾਈ ਧਰਮ ਸਿੰਘ ਨੂੰ ਭੇਜਿਆ। ਭਾਈ ਦਇਆ ਸਿੰਘ ਜੀ ਜਿਹੜੇ ਰਾਮਚੰਦਰ ਜੀ ਦੇ ਸੁਪੁੱਤਰ ਲਵ ਦਾ ਅਵਤਾਰ ਸਨ, ਉਹਨਾਂ ਨੇ ਵੀ ਆਪਣੇ ਜਨਮ ਨੂੰ ਸਫਲਾ ਕਰਨ ਵਾਸਤੇ ਗੁਰੂ ਘਰ ਦੇ ਵਿੱਚ ਜਨਮ ਲਿਆ ਕਿ ਮੇਰਾ ਜਨਮ ਸਫਲਾ ਹੋ ਜਾਵੇ। ਸੋ ਲਾਹੌਰ ਦੇ ਵਿੱਚ ਜਨਮ ਲਿਆ। ਅੰਮ੍ਰਿਤ ਛਕ ਕੇ ਦਇਆ ਰਾਮ ਤੋਂ ਦਇਆ ਸਿੰਘ ਬਣੇ। ਪਹਿਲੇ ਪਿਆਰੇ ਵਜੋਂ ਸਤਿਗੁਰੂ ਜੀ ਨੂੰ ਸੀਸ ਭੇਟ ਕੀਤਾ, ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਉਹ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਦੀ ਡਿਊਟੀ ਸਤਿਗੁਰੂ ਜੀ ਨੇ ਲਾਈ। ਇਹ ਔਰੰਗਾਬਾਦ ਦੱਖਣ ਦੇ ਵੱਲ ਇਸ ਨਰੰਗੇ ਨੂੰ ਸਤਿਗੁਰੂ ਜੀ ਦੀ ਚਿੱਠੀ ਦੇਣ ਵਾਸਤੇ ਪਹੁੰਚੇ। ਪਰ ਜਿਸ ਜਗ੍ਹਾ ਤੇ ਇਹ ਪਹੁੰਚੇ, ਉੱਥੇ ਇਹਨਾਂ ਨੂੰ ਮਿਲਣ ਨਾ ਦਿੱਤਾ ਕਿਸੇ ਨੇ ਵੀ। ਔਰੰਗੇ ਦੇ ਅਹਿਲਕਾਰਾਂ ਨੇ, ਮੁਨਸ਼ੀ ਮਸੱਦਾ ਨੇ ਕਿਸੇ ਵੀ ਮਿਲਾਪ ਨਾ ਕਰਵਾਇਆ ਔਰੰਗਜ਼ੇਬ ਦੇ ਨਾਲ। ਕਿਉਂ? ਇਹ ਸੋਚਦੇ ਸੀ ਕਿ ਕਿਸੇ ਕਾਫਰ ਨੂੰ ਔਰੰਗੇ ਨੂੰ ਨਾ ਮਿਲਾਇਆ ਜਾਏ। ਸੋ ਇਹ ਭਾਈ ਦਇਆ ਸਿੰਘ ਜੀ ਔਰੰਗਾਬਾਦ ਵਿਖੇ ਹੈ। ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਮਦਮਾ ਸਾਹਿਬ ਬੈਠੇ। ਸਤਿਗੁਰੂ ਜੀ ਨੂੰ ਯਾਦ ਆਈ, ਭਾਈ ਦਇਆ ਸਿੰਘ ਜੀ ਨੂੰ ਚੇਤੇ ਕਰਦੇ ਹੈ ਜਿਵੇਂ ਇਤਿਹਾਸਕ ਪ੍ਰਸੰਗ ਆ ਰਿਹਾ ਹੈ। ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਦਇਆ ਸਿੰਘ ਕੋ ਸਿਮਰਤੀ। ਹਾਂਜੀ, ਸਤਿਗੁਰ ਸੱਚੇ ਪਾਤਸ਼ਾਹ ਜੀ ਕਲਗੀਆਂ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਭਾਈ ਦਇਆ ਸਿੰਘ ਜੀ ਨੂੰ ਚੇਤੇ ਕਰਦੇ ਹਨ ਦਮਦਮਾ ਸਾਹਿਬ ਵਿਖੇ। ਕਹਿੰਦੇ ਭਾਈ ਦਇਆ ਸਿੰਘ ਨੂੰ, ਭਾਈ ਧਰਮ ਸਿੰਘ ਨੂੰ ਗਿਆ ਹੋਇਆ ਚਿਰਕਾਲ ਬੀਤ ਗਿਆ, ਬਹੁਤ ਲੰਮਾ ਸਮਾਂ ਹੋ ਗਿਆ। ਕਹਿੰਦੇ 6 ਮਹੀਨੇ ਹੋ ਗਏ ਗਿਆਂ ਨੂੰ। ਪਤਾ ਨਹੀਂ ਤੁਰਕੇਸ਼ ਨੂੰ ਤੁਰਕਾਂ ਦੇ ਰਾਜੇ ਔਰੰਗੇ ਨੂੰ ਮਿਲੇ ਹਨ ਜਾਂ ਨਹੀਂ। ਇੰਨੀ ਉਹਨਾਂ ਨੂੰ ਦੇਰ ਕਿਉਂ ਲੱਗ ਗਈ? ਸਤਿਗੁਰੂ ਜੀ ਕਹਿੰਦੇ ਭਾਈ ਦਇਆ ਸਿੰਘ ਜੀ ਆਉਣ ਤੇ ਉਹਨਾਂ ਦੇ ਆਉਣ ਤੋਂ ਜਿਹੜੀ ਖਬਰਸਾਰ ਮਿਲੇ ਔਰੰਗੇ ਦੇ ਹਾਲ ਦਾ ਸਾਨੂੰ ਪਤਾ ਲੱਗੇ, ਤਾਂ ਉਸ ਤੋਂ ਬਾਅਦ ਅਸੀਂ ਦੱਖਣ ਦਿਸ਼ਾ ਵੱਲ ਜਾਣਾ ਹੈ। ਪਤਾ ਨਹੀਂ ਕਾਰਜ ਕਿਵੇਂ ਹੋਇਆ ਹੈ, ਪਹੁੰਚੇ ਹਨ ਜਾਂ ਨਹੀਂ, ਔਰੰਗੇ ਨੂੰ ਚਿੱਠੀ ਮਿਲੀ ਹੈ ਜਾਂ ਨਹੀਂ, ਇਹ ਕੋਈ ਨਹੀਂ ਜਾਣਦਾ। ਸ੍ਰੀ ਭਗਵਾਨ ਸਰੂਪ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪ੍ਰਤੀਸ਼ਨ ਉਡੀਕ ਇੰਤਜ਼ਾਰ ਕਰ ਰਹੇ ਹਨ। ਉਧਰ ਜਿਵੇਂ ਹੋਈ ਬੀਤੀ ਉਹ ਕੰਨ ਦੇ ਕੇ ਸੁਣੋ ਸੰਗਤ ਜੀ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹੁਕਮਨਾਮਾ ਜ਼ਾਫਰਨਾਮਾ ਜਿਹੜਾ ਸਤਿਗੁਰੂ ਜੀ ਨੇ ਲਿਖਿਆ, ਕਮਾਲੇ ਕਰਾਮਾਤ ਕਾਇਮ ਕਰੀਮ ਰਜਾ ਬਖਸ਼ ਰਾਜਕ ਰਿਹਾ ਕੁਲ ਰਹੀਮ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜਾ ਜ਼ਾਫਰਨਾਮਾ ਲਿਖ ਕੇ ਭੇਜਿਆ ਸੀ, ਉਹ ਦੇਣ ਦੇ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਇਹ ਹੁਕਮਨਾਮਾ ਭਾਈ ਦਇਆ ਸਿੰਘ ਜੀ ਔਰ ਭਾਈ ਧਰਮ ਸਿੰਘ ਜੀ ਜ਼ਾਫਰਨਾਮਾ ਚਿੱਠੀ ਲੈ ਕੇ ਗਏ ਹਨ। ਉੱਥੇ ਜਾ ਕੇ ਭਾਈ ਦਇਆ ਸਿੰਘ ਜੀ ਨੇ ਬਹੁਤ ਯਤਨ ਲਾਇਆ, ਬੜੀ ਕੋਸ਼ਿਸ਼ ਕੀਤੀ। ਔਰੰਗਜ਼ੇਬ ਦੇ ਜਿਹੜੇ ਅਮੀਰ ਵਜ਼ੀਰ ਸੀ, ਅਹਿਲਕਾਰ, ਮੰਤਰੀ ਸੰਤਰੀ ਬਹੁਤ ਸਾਰੇ, ਉਹ ਕੋਈ ਵੀ ਹਜ਼ਰਤ ਬਾਦਸ਼ਾਹ ਦੇ ਨਾਲ ਜਾ ਕੇ ਗੱਲ ਨਹੀਂ ਸੀ ਕਰਦਾ, ਇਹਨਾਂ ਦਾ ਸੁਨੇਹਾ ਨਹੀਂ ਸੀ ਦਿੰਦਾ ਕਿ ਮਿਲਣਾ ਚਾਹੁੰਦੇ ਹਨ ਗੁਰੂ ਕੇ ਸਿੰਘ। ਬਹੁਤ ਸਾਰੇ ਤਾਂ ਬਾਦੀ ਸੀ, ਝਗੜਾਲੂ ਸੀ, ਮਨਮੁਖ ਸਨ ਤੋਂ ਪਹਿਲਾਂ ਤੋਂ ਗੁਰੂ ਤੋਂ।
ਧੁਰ ਤੋਂ ਹੀ ਬੜੇ ਅਸ਼ਰਧਕ, ਗੁਰੂ ਦੇ ਉੱਤੇ ਸ਼ਰਧਾ ਭਾਵਨਾ ਨਾ ਰੱਖਣ ਵਾਲੇ ਤੁਰਕੜੇ। ਜੇ ਕੋਈ ਚਾਹਤ ਲੈ ਜਾਣੇ। ਜੇ ਕਿਸੇ ਦੇ ਮਨ ਦੇ ਵਿੱਚ ਇਹ ਗੱਲ ਆਉਂਦੀ ਵੀ ਸੀ ਵੀ ਲੈ ਜਾਂਦੇ ਆ ਭਾਈ ਦਇਆ ਸਿੰਘ ਜੀ ਹੋਰਾਂ ਨੂੰ ਅਰੰਗੇ ਨੂੰ ਮਿਲਾਉਣ ਵਾਸਤੇ, ਇਸ ਤਰ੍ਹਾਂ ਜੇ ਕੋਈ ਸੋਚਦਾ ਵੀ ਸੀ, ਚਾਹੁੰਦਾ ਵੀ ਸੀ, ਸੋ ਬਰਜਤ ਤੇ ਮੁਕਤ ਮੁਲ ਅਜਾਨੇ। ਉਹ ਅਣਜਾਣ, ਉਹ ਮੂਰਖ ਜਿਹੜੇ ਪਠਾਨ ਤੁਰਕ ਸਨ ਨਾ, ਉਹ ਵਰਜ ਦਿੰਦੇ ਸੀ, ਰੋਕ ਦਿੰਦੇ ਸਨ ਉਹਨਾਂ ਨੂੰ ਵੀ। ਦਾਵ ਘਾਵ ਕਰ ਅਨੇਕ ਪ੍ਰਕਾਰਾ। ਭਾਈ ਦਇਆ ਸਿੰਘ ਜੀ ਨੇ ਬੜੇ ਦਾਵ ਘਾਵ ਲਾਏ, ਬੜੇ ਯਤਨ ਕੀਤੇ, ਬੜੀਆਂ ਤਰਕੀਬਾਂ ਸੋਚੀਆਂ, ਪਰ ਚੱਲੀ ਨਾ ਕੋਈ। ਦਇਆ ਸਿੰਘ ਕੋ ਚਲਿਓ ਨਾ ਚਾਰਾ। ਭਾਈ ਦਇਆ ਸਿੰਘ ਦਾ ਕੋਈ ਚਾਰਾ ਨਾ ਚੱਲਿਆ। ਭਾਈ ਦਇਆ ਸਿੰਘ ਜੀ ਦਾ ਕੋਈ ਵੀ ਕੀਤਾ ਹੋਇਆ ਯਤਨ ਸਫਲ ਨਾ ਹੋਇਆ। ਹੋਏ ਲਾਚਾਰ ਕੀ ਅਰਦਾਸ। ਲਾਚਾਰ ਹੋ ਗਿਆ ਨਾ ਜਿਸ ਵੇਲੇ ਵੀ ਹੁਣ ਨਹੀਂ ਬਾਦਸ਼ਾਹ ਨੂੰ ਮਿਲਿਆ ਜਾਣਾ। 6 ਮਹੀਨੇ ਤਾਂ ਹੋ ਗਏ ਇੱਥੇ ਆ ਕੇ ਤੰਬੂ ਲਾ ਕੇ ਬੈਠਿਆਂ ਨੂੰ, ਕੋਈ ਮਿਲਾਉਂਦਾ ਹੀ ਨਹੀਂ, ਬਾਦਸ਼ਾਹ ਤੱਕ ਪਹੁੰਚ ਹੋਣੀ ਨਹੀਂ। ਤਾਂ ਲਾਚਾਰ ਹੋ ਕੇ, ਬੇਬਸ ਹੋ ਕੇ ਸਤਿਗੁਰੂ ਜੀ ਨੂੰ ਚਿੱਠੀ ਲਿਖ ਦਿੱਤੀ। ਪਹੁੰਚੀ ਸ੍ਰੀ ਸਤਿਗੁਰ ਕੇ ਪਾਸ। ਔਰ ਇਹ ਚਿੱਠੀ ਜਿਹੜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਲ ਦਮਦਮਾ ਸਾਹਿਬ ਵਿਖੇ ਪਹੁੰਚੀ। ਜੋਰੀ ਕਾਸਤ ਕੀ ਚਲ ਆਈ। 2 ਬੰਦੇ ਉੱਥੋਂ ਭੇਜੇ, ਜੋੜੀ ਆਈ ਡਾਕੀਆਂ ਦੀ, ਕਾਸਦਾਂ ਦੀ, ਜਿਹੜੇ ਸੁਨੇਹਾ ਲੈ ਕੇ ਆਉਣ ਵਾਲੇ ਸਨ ਨਾ ਚਿੱਠੀ ਰਸਾਇਣ, ਉਹ 2 ਬੰਦੇ ਆਏ। ਚਰਨ ਕਮਲ ਪਰ ਗਰੀਬ ਨਵਾਈ। ਆ ਕੇ ਇਹਨਾਂ ਨੇ ਸਤਿਗੁਰੂ ਜੀ ਦੇ ਪਵਿੱਤਰ ਚਰਨ ਕਮਲਾਂ ਉੱਤੇ ਨਮਸਕਾਰ ਕੀਤੇ। ਬੋਲੀ ਨਿਜ ਕਰਤੇ ਗੁਰ ਪਠੀ। ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹੱਥੇ ਚਿੱਠੀ ਦੇ ਦਿੱਤੀ। ਸਤਿਗੁਰੂ ਜੀ ਨੇ ਆਪਣੇ ਹੱਥਾਂ ਦੇ ਨਾਲ ਖੋਲੀ ਤੇ ਪੜਨ ਲੱਗੇ। ਦਇਆ ਸਿੰਘ ਬਿਨਤੀ ਲਿਖ ਪਠੀ। ਭਾਈ ਦਇਆ ਸਿੰਘ ਨੇ ਜਿਹੜੀ ਬੇਨਤੀ ਲਿਖ ਕੇ ਭੇਜੀ ਸੀ ਉਹ ਪੜ੍ਹੀ ਸਤਿਗੁਰੂ ਨੇ। ਆਪਣਾ ਕਾਰਜ ਆਪ ਬਣਾਵੋ। ਹੇ ਮਹਾਰਾਜ ਸੱਚੇ ਪਾਤਸ਼ਾਹ, ਆਪਣਾ ਜਿਹੜਾ ਕਾਰਜ ਹੈ ਉਹ ਆਪ ਹੀ ਆਪ ਸਫਲ ਕਰੋ। ਸਾਡੇ ਕੀਤਿਆਂ ਕੁਝ ਨਹੀਂ ਹੋਣ ਲੱਗਾ। ਜਿਹੜਾ ਤੁਹਾਡਾ ਕਾਰਜ ਹੈ ਇਹਦੇ ਵਿੱਚ ਆਪ ਸਹਾਇਤਾ ਕਰੋ। ਜਿਮ ਭੇਜਿਓ ਤਿਨ ਸ਼ਾਹ ਮਿਲਾਵੋ। ਜਿਵੇਂ ਮਹਾਰਾਜ ਆਪ ਜੀ ਨੇ ਸਾਨੂੰ ਇੱਥੋਂ ਥਾਪੜਾ ਦੇ ਕੇ ਭੇਜਿਆ, ਉਸੇ ਤਰ੍ਹਾਂ ਹੁਣ ਆਪ ਹੀ ਕਿਰਪਾ ਕਰੋ, ਬਾਦਸ਼ਾਹ ਨਾਲ ਮਿਲਾਪ ਕਰਾਓ ਸਾਡਾ। ਕੀਟਾਂ ਸਾਖਤ ਕੂੜ ਕਪੱਤੀ। ਇੱਥੇ ਤਾਂ ਮਹਾਰਾਜ ਜਿਹੜੇ ਲੋਕ ਆ ਨਾ, ਬੜੇ ਸਾਖਤ ਹੈ, ਬੜੇ ਝੂਠੇ ਐ, ਬੜੇ ਕੁਪੱਤੇ ਲੋਕ ਹਨ। ਮਿਲਨ ਦੇ ਦਿਨ ਸਾਖ ਬੱਤੇ। ਇਹਨੂੰ ਚੁਗੱਤੇ ਨੂੰ, ਚੁਗੱਤਾ ਖਾਲਸਾ ਜੀ ਇਹ ਔਰੰਗੇ ਦੀ ਵੰਸ਼ ਸੀ, ਇਹਦਾ ਗੋਤ ਸੀ, ਚੁਗੱਤਾ ਸੀ ਇਹਦਾ ਗੋਤ ਜਿਹੜਾ। ਕਹਿੰਦਾ ਚੁਗੱਤੇ ਨੂੰ, ਔਰੰਗੇ ਨੂੰ ਮਹਾਰਾਜ ਸਾਨੂੰ ਮਿਲਣ ਨਹੀਂ ਦਿੰਦੇ ਇਹ। ਬਥੇਰੇ ਯਤਨ ਕੀਤੇ ਮਹਾਰਾਜ ਸੱਚੇ ਪਾਤਸ਼ਾਹ ਸੀ, ਪਰ ਅੰਦਰ ਜਾ ਕੇ ਔਰੰਗੇ ਦੇ ਨਾਲ ਮੇਲਾ ਨਹੀਂ ਹੋਇਆ ਸਾਡਾ। ਇਉਂ ਬੇਨਤੀ ਲਿਖੀ ਹੋਈ ਹੈ ਹੇਠਾਂ, ਲਿਖਤਮ ਦਇਆ ਸਿੰਘ ਲਿਖਿਆ। ਜਿਵੇਂ ਚਿੱਠੀਆਂ ਲਿਖਦੇ ਸੀ ਨਾ, ਚਿੱਠੀ ਦੇ ਵਿੱਚ ਜਿਹੜਾ ਚਿੱਠੀ ਲਿਖਣ ਵਾਲਾ ਉਹ ਲਿਖਤਮ ਲਿਖਦਾ ਹੁੰਦਾ ਸੀ ਆਪਣੇ ਆਪ। ਚਿੱਠੀ ਲਿਖਣ ਵਾਲਾ ਭਾਈ ਦਇਆ ਸਿੰਘ, ਇਹ ਹੇਠਾਂ ਲਿਖਿਆ ਹੋਇਆ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਹਕੀਕਤ ਜਿਹੜੀ ਸਚਾਈ ਸੀ ਉਹ ਪੜ੍ਹ ਲਈ, ਜਿਹੜੀ ਭਾਈ ਦਇਆ ਸਿੰਘ ਜੀ ਨੇ ਬਿਨਾਂ ਕੋਈ ਹੋਰ ਸੋਚ ਸਮਝ ਤੋਂ ਜੋ ਅਸਲੀਅਤ ਸੀ ਉਹ ਲਿਖ ਕੇ ਭੇਜੀ ਸੀ। ਚਰਨ ਕਮਲ ਪਰ ਬੰਦਨ ਕਰੀ। ਔਰ ਬਾਰ-ਬਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਉੱਤੇ ਨਮਸਕਾਰ ਲਿਖੀ ਹੋਈ ਹੈ ਚਿੱਠੀ ਵਿੱਚ। ਬਾਰ-ਬਾਰ ਕਰ ਜੋਰਤ ਭਰੀ। ਬਾਰ-ਬਾਰ ਹੱਥ ਜੋੜ ਕੇ ਬੇਨਤੀਆਂ ਕੀਤੀਆਂ ਭਾਈ ਦਇਆ ਸਿੰਘ ਨੇ ਚਿੱਠੀ ਵਿੱਚ। ਕਿਰਪਾ ਕਰੋ ਅਬ ਬਨੋ ਸਹਾਈ। ਹੇ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਆਪ ਜੀ ਕਿਰਪਾ ਕਰੋ, ਸਾਡੇ ਸਹਾਇਕ ਹੋਵੋ। ਤੁਮ ਤੇ ਹੀ ਸਭ ਕੁਝ ਬਣਾਈ। ਮਹਾਰਾਜ ਤੁਹਾਡੇ ਤੋਂ ਬਿਨਾਂ ਨਹੀਂ ਕੋਈ ਚਾਰਾ, ਤੁਹਾਡੇ ਨਾਲ ਹੀ ਸਭ ਕਾਰਜ ਸਫਲ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਇਹ ਭਾਈ ਦਇਆ ਸਿੰਘ ਦੀ ਚਿੱਠੀ ਪੜ੍ਹੀ, ਪੜ੍ਹ ਕੇ ਸਤਿਗੁਰੂ ਜੀ ਨੇ ਸਾਰੇ ਹਾਲਾਤ ਜਾਣ ਲਏ। ਉਸੇ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮੋੜਵਾਂ ਜਵਾਬ ਚਿੱਠੀ ਵਿੱਚ ਲਿਖ ਦਿੱਤਾ। ਕੀ ਲਿਖਦੇ ਆ ਕਲਗੀਧਰ ਪਾਤਸ਼ਾਹ? ਕਹਿੰਦੇ ਭਾਈ ਦਇਆ ਸਿੰਘ ਸਾਵਧਾਨ ਹੋ ਕੇ ਹੁਣ ਤੁਸੀਂ ਤਿਆਰ ਰਹੋ। ਕਹਿੰਦੇ ਜਿਹੜੀ ਤੁਹਾਡੇ ਮਨ ਦੀ ਵਾਸ਼ਨਾ ਇੱਛਾ ਨਾ, ਉਹਦੇ ਮੁਤਾਬਕ ਬਾਦਸ਼ਾਹ ਤੁਹਾਨੂੰ ਮਿਲੂਗਾ ਵੀ ਤੇ ਤੁਹਾਡੇ ਤੋਂ ਲੈ ਕੇ ਚਿੱਠੀ ਪੜੂਗਾ ਵੀ।
ਤੁਹਾਨੂੰ ਕਹਿਣ ਦੀ ਲੋੜ ਨਹੀਂ, ਔਰੰਗਾ ਤੁਹਾਨੂੰ ਆਪ ਅੰਦਰ ਬੁਲਾਵੇਗਾ। ਸੁਨੇ ਬਲਤਾ ਬਲ ਸੁਨਾਵੈ। ਸੋ ਤੁਹਾਡੀ ਸਾਰੀ ਗੱਲਬਾਤ ਸੁਣੇਗਾ ਵੀ ਤੇ ਆਪਣੀ ਗੱਲਬਾਤ ਵੀ ਆਖੇਗਾ। ਇਤਿਆਦਿਕ ਬਚਨ ਲਿਖ ਕੇ ਸਤਿਗੁਰੂ ਜੀ ਨੇ ਤੁਰੰਤ ਹੀ ਉਸੇ ਵੇਲੇ ਚਿੱਠੀ ਲਿਖ ਕੇ ਭੇਜ ਦਿੱਤੀ। ਇਹ ਚਿੱਠੀ ਭਾਈ ਦਇਆ ਸਿੰਘ ਜੀ ਦੇ ਕੋਲ ਪਹੁੰਚ ਗਈ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਲਿਖੀ ਹੋਈ ਚਿੱਠੀ ਪੱਤਰ ਭਾਈ ਦਇਆ ਸਿੰਘ ਨੇ ਪੜ੍ਹਿਆ, ਉਸ ਵੇਲੇ ਮਨ ਵਿੱਚ ਸਮਝ ਲਿਆ ਕਿ ਹੁਣ ਜਿਹੜਾ ਸਾਰਾ ਕਾਰਜ ਗੁਰੂ ਨੇ ਆਪ ਕਰ ਦੇਣਾ ਹੈ। ਹਾਂ, ਹੁਣ ਬਾਦਸ਼ਾਹ ਸਾਨੂੰ ਆਪਣੇ ਕੋਲ ਬੁਲਾਵੇਗਾ। ਸਤਿਗੁਰੂ ਦੀ ਚਿੱਠੀ ਵਿੱਚ ਲਿਖਿਆ ਹੋਇਆ ਪੜ੍ਹਦਾ ਹੈ। ਸਤਿਗੁਰੂ ਨੇ ਲਿਖਿਆ ਕਿ ਭਾਈ ਦਇਆ ਸਿੰਘ, ਜਦੋਂ ਸ਼ਾਹ ਇਹ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਤੁਹਾਨੂੰ ਆਪਣੇ ਕੋਲ ਬੁਲਾਵੇਗਾ, ਤੁਸੀਂ ਡਰਨਾ ਨਹੀਂ। ਜਾ ਕੇ ਉਹਦੇ ਤੋਂ ਇਹ ਮੰਗ ਵੀ ਮੰਗਣੀ ਹੈ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਜਿਹੜਾ ਸ਼ਾਸਤਰ ਹੈ ਤੇਰੇ ਕੋਲੇ, ਕਟਾਰ ਹੈ, ਉਹ ਵੀ ਸਾਨੂੰ ਦੇ ਦੇ, ਅਮਾਨਤ ਸਾਨੂੰ ਵਾਪਸ ਕਰ। ਉਸ ਵੇਲੇ ਭਾਈ ਦਇਆ ਸਿੰਘ ਜੀ ਟਿਕ ਕੇ ਬਹਿ ਗਏ ਬਹੁਤ ਖੁਸ਼ੀ ਦੇ ਵਿੱਚ ਵੀ ਹੁਣ ਮਹਾਰਾਜ ਨੇ ਕਾਰਜ ਸਫਲੇ ਕਰ ਦੇਣੇ ਹਨ। ਹਾਂ, ਇਹਨਾਂ ਨੇ ਮੰਨ ਲਿਆ ਵੀ ਹੁਣ ਤਾਂ ਸਮਝ ਲਓ ਵੀ ਸਾਰਾ ਕੰਮ ਹੋ ਗਿਆ ਹੈ। ਉਹ ਦਿਨ ਬਤੀਤ ਹੋ ਗਿਆ ਤੇ ਰਾਤ ਪੈ ਗਈ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਦੇਖੋ ਕਿਵੇਂ ਇਹ ਵੱਡੀ ਕਲਾ ਵਰਤਾਉਂਦੇ ਆ। ਇਹਨਾਂ ਗੱਲਾਂ ਨੂੰ ਖਾਲਸਾ ਜੀ ਸਾਡੇ ਵਰਗੇ ਜਿਹੜੇ ਦੁਨਿਆਵੀ ਲੋਕਾਂ ਦੀ ਸਮਝ ਤੋਂ ਪਰੇ ਦੀਆਂ ਗੱਲਾਂ ਹੁੰਦੀਆਂ। ਕਈ ਵਾਰ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਪੜ੍ਹਦੇ ਹੋਏ ਜਾਂ ਮਹਾਰਾਜ ਦੇ ਬਚਨਾਂ ਨੂੰ ਪੜ੍ਹਦੇ ਸੁਣਦੇ ਨਾ ਆਪਣੀ ਅਕਲ ਦੇ ਮੁਤਾਬਕ ਨਿਰਣਾ ਕਰਨ ਲੱਗ ਪੈਂਦੇ। ਪਰ ਗੁਰੂ ਮਹਾਰਾਜ ਜੀ ਦਾ ਜੀਵਨ, ਗੁਰੂ ਮਹਾਰਾਜ ਜੀ ਦੀ ਬਾਣੀ, ਗੁਰੂ ਮਹਾਰਾਜ ਦੇ ਬਚਨ, ਉਹਨਾਂ ਨੂੰ ਅਸੀਂ ਆਪਣੀ ਦੁਨਿਆਵੀ ਬੁੱਧੀ ਦੇ ਤਲ ਦੇ ਉੱਤੇ ਪਰਖਦੇ ਆ ਨਾ, ਇਹ ਸਾਡੀ ਮੂਰਖਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਮਰੱਥ ਹੈ, ਕੁਝ ਵੀ ਕਰ ਸਕਦੇ ਆ। ਇਹ ਜਿਹੜਾ ਔਰੰਗਜ਼ੇਬ ਸੀ, ਇਹਨੇ ਵੀ ਪਿਛਲੇ ਜਨਮ ਦੀ ਬਹੁਤ ਭਗਤੀ ਕੀਤੀ ਹੋਈ ਸੀ, ਕਿਉਂਕਿ ਰਾਜ ਭਾਗ ਐਵੇਂ ਨਹੀਂ ਮਿਲ ਜਾਂਦੇ ਖਾਲਸਾ ਜੀ। ਸਿਆਣਿਆਂ ਦੀ ਕਹਾਵਤ ਹੈ ਵੀ ਤਪੋ ਰਾਜ, ਤੇ ਜੇ ਰਾਜ ਤੇ ਬਹਿ ਕੇ ਮਾੜੇ ਕੰਮ ਕਰੇ ਫਿਰ ਰਾਜੋ ਨਰਕ ਮਿਲਦਾ। ਇਹਨੂੰ ਤਪੱਸਿਆ ਦਾ ਕਰਕੇ ਹੀ ਰਾਜ ਮਿਲਿਆ ਹੋਇਆ ਸੀ। ਪਰ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਬਰਾਬਰਤਾ ਤਾਂ ਨਹੀਂ ਸੀ ਕਰ ਸਕਦਾ ਨਾ। ਉਹਨਾਂ ਜਿੰਨੀ ਭਗਤੀ ਸ਼ਕਤੀ, ਜਿਹੜੇ ਆਪ ਅਕਾਲ ਦਾ ਸਰੂਪ ਹੋਣ, ਅਕਾਲ ਪੁਰਖ ਵਾਹਿਗੁਰੂ ਨੇ ਜਿਨ੍ਹਾਂ ਨੂੰ ਪੁੱਤਰ ਬਣਾ ਕੇ ਭੇਜਿਆ ਹੋਵੇ। ਔਰ ਪਿਛਲੇ ਜਨਮ ਦੇ ਵਿੱਚ ਆਪਾਂ ਪੜ੍ਹਦੇ ਹਾਂ, ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਿਤ ਹੈ, ਤਹਾਂ ਸਪਤ ਸ੍ਰਿੰਗ ਤਿਹ ਨਾਵ ਕਹਾਵਾ, ਪੰਡ ਰਾਜ ਜਹ ਜੋਗ ਕਮਾਵਾ, ਤਹ ਹਮ ਅਦਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਆਰਾਧੀ। ਕਾਲ ਦਾ ਵੀ ਜਿਹੜਾ ਮਹਾਕਾਲ ਹੈ, ਉਹਦੀ ਆਰਾਧਨਾ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤੀ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਵਿੱਚ ਜਿਹੜੀ ਸਮਰੱਥਾ ਹੈ, ਉਹ ਸਤਿਗੁਰੂ ਜੀ ਆਪਣੀ ਕਲਾ ਵਰਤਾਉਣ ਲੱਗੇ ਹੈ। ਇਹ ਜਿਹੜਾ ਔਰੰਗਜ਼ੇਬ ਸੀ ਨਾ, ਇਹ ਆਪਣੇ ਦਮ ਨੂੰ ਰੋਕ ਕੇ, ਆਪਣੇ ਸਾਹ ਨੂੰ ਰੋਕ ਕੇ ਤੇ ਪਰ ਕਾਇਆ ਪ੍ਰਵੇਸ਼ ਵਾਲੀ ਜਿਹੜੀ ਸਿੱਧੀ ਹੈ ਉਹ ਇਹਨੂੰ ਪ੍ਰਾਪਤ ਸੀ। ਦੂਰ ਦੁਰਾਡੇ ਚਲਿਆ ਜਾਂਦਾ ਸੀ, ਵਾਪਸ ਫੇਰ ਆਪਣਾ ਕਾਰਜ ਕਰਕੇ ਆਪਣੀ ਦੇਹ ਵਿੱਚ ਆ ਜਾਂਦਾ ਸੀ। ਜਿਵੇਂ ਰਾਮ ਰਾਏ ਦਾ ਆਪਾਂ ਇਤਿਹਾਸ ਪੜ੍ਹਦੇ ਆਂ, ਰਾਮ ਰਾਏ ਜੀ ਵੀ ਉਹ ਆਪਣਾ ਤਨ ਛੱਡ ਕੇ, ਸਰੀਰ ਛੱਡ ਕੇ ਪਰਕਾਇਆ ਪ੍ਰਵੇਸ਼ ਕਰਕੇ ਦੂਰ ਦੂਰ ਆਪਣੇ ਸੇਵਕਾਂ ਦੇ ਕਾਜ ਸਵਾਰਨ ਵਾਸਤੇ ਚਲੇ ਜਾਂਦੇ ਸੀ। ਇੱਕ ਵਾਰੀ ਰਾਮ ਰਾਏ ਆਪਣਾ ਸਰੀਰ ਛੱਡ ਕੇ ਗਿਆ ਸਵਾਸਾਂ ਨੂੰ 10ਵੇਂ ਦੁਆਰ ਚੜਾ ਕੇ, ਬਾਅਦ ਵਿੱਚ ਉਹਦੇ ਨਾਲ ਦੇ ਮਸੰਦਾਂ ਨੇ ਚੱਕ ਕੇ ਉਹਦੇ ਸਰੀਰ ਦਾ ਸੰਸਕਾਰ ਕਰ ਦਿੱਤਾ ਸੀ। ਉਹਨਾਂ ਮਸੰਦਾਂ ਨੂੰ ਮਹਾਰਾਜ ਨੇ ਜਾ ਕੇ ਫਿਰ ਪੌਂਟਾ ਭੰਗਾਣੀ ਸਜਾਵਾਂ ਵੀ ਦਿੱਤੀਆਂ ਤੇਲ ਦੇ ਕੜਾਹਿਆਂ ਦੇ ਵਿੱਚ। ਜਦੋਂ ਪੰਜਾਬ ਕੌਰ ਜੀ ਨੇ ਮਹਾਰਾਜ ਨੂੰ ਚਿੱਠੀ ਲਿਖੀ ਸੀ, ਮਦਦ ਮੰਗੀ ਸੀ। ਸੋ ਇਹ ਜਿਹੜੇ ਬੰਦਗੀ ਵਾਲੇ ਆ ਲੋਕ, ਉਹਨਾਂ ਵਿੱਚ ਇਹ ਪਹੁੰਚ ਹੁੰਦੀ ਹੈ ਵੀ ਉਹ ਆਪਣੇ ਪ੍ਰਾਣਾਯਾਮ ਕਰਕੇ, ਦਮਕਸ਼ੀ ਕਰਕੇ, ਆਪਣੇ ਸਵਾਸ ਚੜਾ ਕੇ ਕਿਤੇ ਦੂਰ ਦਰਾਡੇ ਆਪਣੇ ਆਤਮਿਕ ਤੌਰ ਦੇ ਉੱਤੇ ਚਲੇ ਜਾਂਦੇ ਹੁੰਦੇ। ਇਹ ਔਰੰਗਜ਼ੇਬ ਦੇ ਵਿੱਚ ਵੀ ਇੰਨੀ ਕੁ ਸ਼ਕਤੀ ਹੈਗੀ ਸੀ ਕਿ ਇਹ ਦਮਕਸ਼ੀ ਕਰਕੇ, ਪ੍ਰਾਣਾਯਾਮ ਦੁਆਰਾ ਆਪਣੇ ਸਵਾਸ 10ਵੇਂ ਦੁਆਰ ਨੂੰ ਚੜਾ ਕੇ ਤੇ ਮੱਕੇ ਮਦੀਨੇ ਚਲਿਆ ਜਾਂਦਾ ਸੀ। ਮੱਕੇ ਕਾਬੇ, ਮੱਕੇ ਜਾ ਕੇ ਕਾਬੇ ਦੇ ਵਿੱਚ ਉੱਥੇ ਜਾ ਕੇ ਇਹ ਨਮਾਜ਼ ਕਰਕੇ ਆਉਂਦਾ ਹੁੰਦਾ ਸੀ।
ਸੋ ਇਸ ਤਰ੍ਹਾਂ ਇੱਕ ਦਿਨ ਰਾਤ ਦਾ ਸਮਾਂ ਹੈ। ਸਾਰੇ ਜਦੋਂ ਇਹਦੇ ਅਹਿਲਕਾਰ ਚਲੇ ਗਏ, ਇਹ ਆਪਣੇ ਕਮਰੇ ਵਿੱਚ ਗਿਆ। ਇਹਨੇ ਆਪਣਾ ਜਿਹੜਾ ਰੋਜ਼ਾਨਾ ਦਾ ਹੀ ਇਹਦਾ ਕੰਮ ਸੀ, ਸੋ ਔਰੰਗੇ ਨੇ ਜਿਹੜਾ ਇਹ ਸਦਾ ਹੀ ਕਰਦਾ ਸੀ, ਦਮਕਸ਼ੀ ਕਰਕੇ ਸਵਾਸ ਚੜਾ ਲੈਂਦਾ ਸੀ। ਹਮੇਸ਼ਾ ਹੀ ਇਸ ਬਲ ਕਰਕੇ, ਸ਼ਕਤੀ ਕਰਕੇ ਜਾਂਦਾ ਸੀ। ਵਿਸ਼ੇਸ਼ ਕਰਕੇ ਜਾ ਕੇ ਕਾਬੇ ਦੇ ਵਿੱਚ ਨਮਾਜ਼ ਕਰਦਾ ਸੀ। ਕਾਬਾ ਉਸ ਜਗ੍ਹਾ ਦਾ ਨਾਂ, ਉਸ ਮਸਜਿਦ ਦਾ ਨਾਂ, ਮੱਕਾ ਉਸ ਸ਼ਹਿਰ ਦਾ ਨਾਂ। ਜਿਵੇਂ ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਸੱਚਖੰਡ ਸਾਹਿਬ ਇਹ ਜਗ੍ਹਾ ਦਾ ਨਾਮ ਹੈ, ਤੇ ਅੰਮ੍ਰਿਤਸਰ ਸ਼ਹਿਰ ਦਾ ਨਾਮ। ਇਸੇ ਤਰ੍ਹਾਂ ਨੰਦੇੜ ਸ਼ਹਿਰ ਦਾ ਨਾਮ, ਔਰ ਸੱਚਖੰਡ, ਅਬਚਲ ਨਗਰ, ਸ੍ਰੀ ਹਜੂਰ ਸਾਹਿਬ ਆਪਾਂ ਗੁਰਦੁਆਰਾ ਸਾਹਿਬ ਨੂੰ ਕਹਿੰਦੇ ਆ। ਇਸੇ ਤਰ੍ਹਾਂ ਮੱਕਾ ਸ਼ਹਿਰ ਦਾ ਨਾਮ, ਤੇ ਕਾਬਾ ਉੱਥੇ ਜਿਹੜੀ ਵੱਡੀ ਮਸਜਿਦ ਬਣੀ ਹੋਈ ਹੈ, ਮੁਸਲਮਾਨਾਂ ਦਾ ਪਰਮ ਧਾਰਮਿਕ ਸਥਾਨ ਆ ਵੱਡਾ, ਉਸ ਜਗ੍ਹਾ ਦੇ ਉੱਤੇ ਜਾ ਕੇ ਹਮੇਸ਼ਾ ਨਮਾਜ਼ ਕਰਦਾ ਸੀ। ਵਿਸ਼ੇਸ਼ ਕਰਕੇ ਜਦੋਂ ਇਹਨੇ ਵਕਤ ਜਾਣਿਆ ਵੀ ਨਮਾਜ਼ ਦਾ ਵਕਤ ਹੋ ਗਿਆ, ਤੇ ਇਹ ਔਰੰਗਾਬਾਦ ਵਿੱਚ ਬੈਠਾ ਬੈਠਾ ਇਹਨੇ ਆਪਣਾ ਦਮਕਸ਼ੀ ਕੀਤੀ, ਪ੍ਰਾਣਾਯਾਮ ਰਾਹੀਂ ਸਵਾਸ ਚੜਾ ਲਏ। ਆਤਮਿਕ ਤੌਰ ਤੇ, ਆਂਤਰਿਕ ਤੌਰ ਦੇ ਉੱਤੇ ਆਪਣੇ ਸਰੀਰ ਨੂੰ ਉੱਥੇ ਔਰੰਗਾਬਾਦ ਵਿੱਚ ਛੱਡ ਕੇ ਮੱਕੇ ਪਹੁੰਚ ਗਿਆ ਨਮਾਜ਼ ਕਰਨ। ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹਨਾਂ ਤੋਂ ਕੀ ਭੁੱਲਿਆ ਹੋਇਆ। ਉਹਨਾਂ ਨੇ ਸਾਰੀ ਗਾਥਾ ਜਾਣ ਲਈ ਵੀ ਔਰੰਗਾ ਆਪਣਾ ਸਰੀਰ ਇੱਥੇ ਛੱਡ ਕੇ ਤੇ ਆਪ ਮੱਕੇ ਚਲਿਆ ਗਿਆ ਹੈ। ਮਹਾਰਾਜੇ ਦੀ ਸੂਰਤ ਦਾ, ਇਹਦੇ ਰਾਜ ਭਾਗ ਦਾ ਜਿਹੜਾ ਇਹ ਮਾਣ ਗਰੂਰ ਕਰੀ ਬੈਠਾ ਸੀ, ਉਹ ਉਤਾਰਨਾ ਚਾਹੁੰਦੇ ਸੀ। ਮਹਾਰਾਜ ਨੇ ਇਹਦਾ ਅਹੰਕਾਰ ਜਿਹੜਾ ਚੂਰ ਚੂਰ ਕਰਨਾ, ਜਾਂ ਅਹੰਕਾਰ ਨੂੰ ਦੂਰ ਕਰਨ ਦੀ ਸੋਚ ਲਈ। ਕਮਰ ਕਸਾ ਕਰ ਬਸਤਰਨ ਸਤਰਨ ਧਰਕੈ। ਮਹਾਰਾਜ ਸੱਚੇ ਪਾਤਸ਼ਾਹ ਤਿਆਰ-ਬਾਰ ਤਿਆਰ ਹੋਏ, ਸ਼ਸਤਰ ਬਸਤਰ ਸਜਾ ਲਏ, ਕਮਰ ਕਸਾ ਕੀਤਾ। ਆਪਣੇ ਘੋੜੇ ਦੇ ਉੱਤੇ ਸਵਾਰ ਹੋ ਗਏ। ਹੁਣ ਜਿਵੇਂ ਔਰੰਗਾ ਗਿਆ, ਉਵੇਂ ਮਹਾਰਾਜ ਜੀ ਦਾ ਸਰੀਰ, ਦੇਹ ਉਹਨਾਂ ਦੀ ਦਮਦਮਾ ਸਾਹਿਬ ਹੈ, ਪਰ ਤਿਆਰ-ਬਾਰ ਤਿਆਰ ਹੋ ਕੇ ਘੋੜੇ ਤੇ ਸਵਾਰ ਹੋ ਕੇ, ਸ਼ਸਤਰਧਾਰੀ ਹੋ ਕੇ ਸਤਿਗੁਰੂ ਜੀ ਵੀ ਮੱਕੇ ਪਹੁੰਚ ਗਏ। ਮੱਕੇ ਪਹੁੰਚੇ ਸਤਿਗੁਰ ਜਾਈ। ਸਤਿਗੁਰ ਸੱਚੇ ਪਾਤਸ਼ਾਹ ਜੀ ਮੱਕੇ ਜਾ ਪਹੁੰਚੇ। ਤੇ ਜਿਹੜਾ ਮੰਦਿਰ ਇਹਨਾਂ ਦਾ ਧਰਮ ਸਥਾਨ ਮਸੀਤ ਹੈ, ਉਹਦੇ ਚਾਰੇ ਪਾਸੇ ਸਤਿਗੁਰੂ ਜੀ ਘੋੜ ਸਵਾਰ ਹੋ ਕੇ ਤੁਰੇ ਫਿਰਦੇ ਹਨ। ਜਦੋਂ ਇਹ ਔਰੰਗਜ਼ੇਬ ਨਮਾਜ਼ ਕਰਕੇ ਬਾਹਰ ਨਿਕਲਿਆ, ਉਸ ਵੇਲੇ ਸਤਿਗੁਰੂ ਜੀ ਨੇ ਸਾਹਮਣੇ ਐਨ ਪ੍ਰਤਾਖੇ ਨੂੰ ਜਾ ਕੇ ਦਰਸ਼ਨ ਦੇਤੇ ਘੋੜੇ ਦੇ ਉੱਤੇ। ਔਰ ਮਹਾਰਾਜ ਨੇ ਬੜੀ ਕਰੂਰ ਦ੍ਰਿਸ਼ਟੀ, ਬੜੇ ਵੀਰ ਰਸ ਦੇ ਨਾਲ ਨੇਤਰ ਲਾਲ ਕਰਕੇ ਇਹਦੇ ਵੱਲ ਤੱਕਿਆ। ਜਦੋਂ ਔਰੰਗਜ਼ੇਬ ਨੇ ਦੇਖਿਆ ਸਾਹਮਣੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੇ ਬੜੇ ਵੀਰ ਰਸ ਵਿੱਚ ਹੈ, ਤੇ ਇੰਨਾ ਡਰ ਗਿਆ ਮਾਨੋ ਇਹਦੇ ਪ੍ਰਾਣ ਹੀ ਨਿਕਲ ਗਏ, ਸਾਹ ਹੀ ਚੜ ਗਏ ਤਹਾਂ ਨੂੰ। ਔਰ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਵੇਲੇ ਸੰਗਤ ਜੀ ਬੜੇ ਕਠੋਰ ਬਚਨ ਇਸ ਔਰੰਗੇ ਨੂੰ ਆਖੇ। ਉਹ ਹੈ ਰੇ ਮੂਰਖ ਮਦਮਾਨੀ। ਕਹਿੰਦੇ ਹੈ ਮੂਰਖਾ, ਰਾਜ ਭਾਗ ਦੇ ਮਦ ਦੇ ਵਿੱਚ ਮਸਤ ਹੋਇਆ, ਮਦਮਸਤਾ। ਕਹਿੰਦੇ ਤੂੰ ਹੈ ਕੌਣ? ਆਗੇ ਹੋਏ ਚੈਤ ਜੇ ਭਲਿਓ। ਕਹਿੰਦੇ ਅੱਗੇ ਹੋ ਕੇ ਅੱਗੇ ਲੱਗ ਕੇ ਤੁਰ ਪਾ ਜੇ ਭਲਾ ਚਾਹੁੰਦਾ ਹੈ। ਮੈਂ ਧਰ ਕਰ ਪੂਰਨ ਚਲਿਓ। ਜਦੋਂ ਇਹਨੇ ਔਰੰਗਜ਼ੇਬ ਨੇ ਐ ਕੜਕਵੀਂ ਆਵਾਜ਼ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਬੋਲ ਸੁਣੇ ਨਾ ਵੀਰ ਰਸੀ, ਤੇ ਚੁੱਪ ਕਰਕੇ ਮਨ ਵਿੱਚ ਡਰ ਧਾਰ ਕੇ ਅੱਗੇ ਅੱਗੇ ਚੱਲ ਪਿਆ। ਨਿਜਤ ਰੰਗ ਕੇ ਕਰਿਓ ਅਗਾਰੀ। ਮਹਾਰਾਜ ਨੇ ਆਪਣੇ ਘੋੜੇ ਦੇ ਅੱਗੇ ਲਾ ਲਿਆ ਇਸ ਨੂੰ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨੂੰ ਦੂਰ ਇੱਕ ਪਹਾੜੀ ਦੇ ਕੋਲ ਲੈ ਗਏ। ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜੇ ਉੱਤਮ ਪੁਰਸ਼ ਹਨ, ਪੁਰਸ਼ੋਤਮ, ਪੁਰਸ਼ਾਂ ਦੇ ਵਿੱਚ ਉੱਤਮ, ਔਰ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ, ਅਕਾਲ ਪੁਰਖ ਵਾਹਿਗੁਰੂ ਖਾਲਸਾ ਜੀ ਇਹ ਕਦੋਂ ਵੀ ਕਿਤੇ ਕੋਈ ਨਵੀਂ ਲੀਲਾ ਰਚ ਕੇ ਸ੍ਰਿਸ਼ਟੀ ਸਾਜ ਸਕਦਾ ਹੈ, ਕੋਈ ਤਾਣਾ ਬਾਣਾ ਬੁਣ ਸਕਦਾ ਹੈ। ਜਦੋਂ ਮਰਜੀ
ਉਹਦੀ ਇੱਛਾ ਹੋਵੇ ਤੇ ਉਹਨੂੰ ਖਤਮ ਕਰ ਸਕਦਾ। ਇਸੇ ਤਰ੍ਹਾਂ ਅਦਭੁਤ ਲੀਲਾ ਰਚੀ ਸਤਿਗੁਰ ਸੱਚੇ ਪਾਤਸ਼ਾਹ ਨੇ ਉੱਥੇ ਇਹੋ ਜਿਹਾ ਸੀਨ ਕ੍ਰੀਏਟ ਕਰ ਦਿੱਤਾ, ਇਹੋ ਜਿਹਾ ਦ੍ਰਿਸ਼ ਬਣਾ ਦਿੱਤਾ। ਤਾਂ ਕਰਿਓ ਠਾਂਡੋ ਤਿਸ ਕਾਲਾ। ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਇੱਕ ਵੱਖਰੀ ਨਗਰੀ ਜੀ ਬਣਾ ਦਿੱਤੀ ਤੇ ਉੱਥੇ ਸਾਹਮਣੇ ਇਸ ਨੂੰ ਖੜਾ ਕਰ ਲਿਆ। ਇਸ ਤਰ੍ਹਾਂ ਦਾ ਦ੍ਰਿਸ਼ ਬਣਾ ਦਿੱਤਾ ਵੀ ਜਿਵੇਂ ਸਵੇਰੇ ਪੌ ਫਟਦੀ ਹੈ ਨਾ, ਅੰਮ੍ਰਿਤ ਵੇਲਾ ਸਵੇਰ ਹੁੰਦੀ ਹੈ, ਸੂਰਜ ਚੜ੍ਹਿਆ ਨਹੀਂ ਹੁੰਦਾ, ਘੁਸਮੁਸਾ ਜਿਹਾ ਹੁੰਦਾ, ਵੀ ਆਪਾਂ ਦੂਰੋਂ ਦੇਖੀਏ ਤਾਂ ਆਪਾਂ ਨੂੰ ਬੰਦੇ ਦਾ ਚਿਹਰਾ ਸਾਹਮਣੇ ਵਾਲੇ ਦਾ ਧੁੰਦਲਾ ਨਜ਼ਰ ਆਉਂਦਾ, ਜੇ ਨੇੜੇ ਜਾ ਕੇ ਵੇਖੀਏ ਤਾਂ ਪਛਾਣ ਵੀ ਆ ਜਾਂਦੀ ਹੈ। ਇਹੋ ਜਿਹਾ ਦ੍ਰਿਸ਼ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਰਚ ਦਿੱਤਾ। ਇਹ ਇਸ ਤਰ੍ਹਾਂ ਦਾ ਹਨੇਰ ਗੁਬਾਰ ਜਿਹਾ ਦੇਖ ਕੇ ਬੜਾ ਮਨ ਦੇ ਵਿੱਚ ਡਰ ਗਿਆ ਔਰੰਗਜ਼ੇਬ, ਬੜਾ ਹਿਰਦੇ ਦੇ ਵਿੱਚ ਇਹ ਡਰ ਰਿਹਾ ਹੈ, ਮਨ ਦੇ ਵਿੱਚ ਇਹਦਾ ਬਹੁਤ ਡਰ ਬੈਠ ਗਿਆ। ਅਜੀਬ ਜਿਹਾ ਥਾਨ ਦੇਖ ਕੇ ਬੜਾ ਅਚਰਜ ਹੋ ਗਿਆ, ਹੈਰਾਨ ਹੋ ਗਿਆ। ਉਸ ਵੇਲੇ ਆਕਾਸ਼ਬਾਣੀ ਹੋਈ, ਆਕਾਸ਼ ਦੇ ਵਿੱਚੋਂ ਆਵਾਜ਼ ਆਈ। ਦੂਰ ਨਾ ਦੇਖੀ ਜਾਈ। ਆਵਾਜ਼ ਸੁਣਦੀ ਤਾਂ ਹੈ ਪਰ ਦੂਰ ਦੂਰ ਤੱਕ ਆਵਾਜ਼ ਤਾਂ ਗੂੰਜ ਰਹੀ ਹੈ, ਪਰ ਕੋਈ ਦਿਖਾਈ ਨਹੀਂ ਦਿੰਦਾ ਵੀ ਆਵਾਜ਼ ਦੇ ਕੌਣ ਰਿਹਾ, ਬੋਲ ਕੌਣ ਰਿਹਾ ਹੈ। ਅਰੇ ਬੰਦੇ ਮਤ ਮੰਦ ਅਜਾਨ। ਆਵਾਜ਼ ਕੀ ਆਈ? ਕਹਿੰਦੇ ਹੇ ਬੰਦੇ, ਤੈਨੂੰ ਬੰਦਾ ਬਣਾ ਕੇ ਭੇਜਿਆ ਸੀ ਪਰ ਤੂੰ ਤਾਂ ਮਤ ਮੰਦ, ਖੋਟੀ ਬੁੱਧੀ ਵਾਲਾ ਤੇ ਅਣਜਾਣ ਨਿਕਲਿਆ। ਬੰਦਾ ਤਾਂ ਉਹ ਹੈ ਨਾ, ਬੰਦੋ ਹੋਏ ਸੋ ਬੰਦਗੀ ਹੈ। ਜਿਹੜਾ ਬੰਦਗੀ ਕਰਦਾ ਉਹੀ ਬੰਦਾ ਹੈ, ਜੇ ਬੰਦਗੀ ਨਹੀਂ ਕਰਦਾ ਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਪਿਆਰਿਆਂ ਦੇ ਬਚਨ ਹੈ, ਮਹਾਂਪੁਰਸ਼ਾਂ ਦੇ, ਕਿ ਨਾਮ ਤੋਂ ਬਗੈਰ ਬੰਦਾ ਗੰਦੇ ਤੋਂ ਵੀ ਗੰਦਾ ਹੈ। ਜੇ ਬੰਦਾ ਹੈ ਤਾਂ ਬੰਦਗੀ ਕਰਨੀ, ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਬੰਦੇ ਆ ਤਾਂ ਸਾਨੂੰ ਬੰਦਗੀ ਕਰਨੀ ਚਾਹੀਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬੰਦਾ ਬਣਿਆ ਸੀ ਨਾ ਮਾਧੋ ਦਾਸ। ਜਿਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਕੌਣ ਹੈ ਤੂੰ? ਕਹਿੰਦਾ ਮਹਾਰਾਜ ਮੈਂ ਬੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਮਹਾਰਾਜ ਮੈਂ ਤੇਰਾ ਬੰਦਾ। ਕਹਿੰਦੇ ਬੰਦਾ ਤਾਂ ਬੰਦਿਆਂ ਵਾਲੇ ਕੰਮ ਕਰ, ਬੰਦਿਆਂ ਦੇ ਕੰਮ, ਮਰਦਾਂ ਦੇ ਕੰਮ, ਮਰਦਾਂ ਦੇ ਸਰੀਰ ਆ ਸਵਾਹ ਮਲਣ ਵਾਸਤੇ ਹੁੰਦੇ ਆ, ਕਿਤੇ ਰੱਬ ਨੇ ਇਸ ਵਾਸਤੇ ਸਰੀਰ ਦਿੱਤਾ ਵੀ ਸਵਾਹ ਨਾਲ ਲਵੇੜੀ ਰੱਖੋ। ਇੱਥੇ ਧੂਣੀਆਂ ਲਾ ਲਾ ਬੈਠੀ ਜਾਂਦਾ, ਆਏ ਗਏ ਦਾ ਮਜ਼ਾਕ ਉਡਾਉਣਾ, ਪਲੰਘਾ ਪੁੱਠਾ ਕਰਕੇ ਹੱਸਦਾ ਖਿੜਖੜਾ ਕੇ। ਮਹਾਰਾਜ ਹੁਕਮ ਕਰੋ। ਕਹਿੰਦੇ ਤੈਨੂੰ ਨਹੀਂ ਪਤਾ ਪੰਜਾਬ ਦੀ ਧਰਤੀ ਉੱਤੇ ਕਿੰਨਾ ਜ਼ੁਲਮ ਹੋਇਆ। ਵੇਖ ਕਿਵੇਂ ਸ਼ੀਰਖੋਰ ਬਾਲਕਾਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਆਨੰਦਪੁਰ ਸਾਹਿਬ ਵਸਦਾ ਰਸਦਾ ਉਹਨਾਂ ਤੁਰਕਾਂ ਨੇ ਕਿਵੇਂ ਹਮਲਾ ਕਰਕੇ ਦੀਨ ਇਮਾਨ ਤੋਂ ਗਰਕੇ ਹੋਏ ਲੋਕਾਂ ਨੇ ਪਿੱਠ ਪਿੱਛੇ ਵਾਰ ਕੀਤੇ ਐ। ਸਾਹਿਬਜ਼ਾਦੇ ਸ਼ਹੀਦ ਕਰਤੇ, ਜਾਨਾਂ ਤੋਂ ਪਿਆਰੇ ਸਿੰਘ ਸ਼ਹੀਦ ਕਰ ਦਿੱਤੇ। ਬੰਦਾ ਤਾਂ ਬੰਦਗੀ ਵਾਲੀ ਗੱਲ ਕਰ, ਰੱਬ ਦਾ ਨਾਮ ਲੈ, ਬੇਇਨਸਾਫੀ ਦੇ ਖਿਲਾਫ ਉੱਠ ਕੇ ਜੂਝ। ਇਹ ਬੰਦਿਆਂ ਦੇ ਕੰਮ ਹੈ। ਆਕਾਸ਼ਬਾਣੀ ਹੋਈ, ਕਹਿੰਦੇ ਇਹ ਰੰਗਿਆ ਤੂੰ ਤਾਂ ਬੜਾ ਮਤਮੰਦ ਹੈ, ਖੋਟੀ ਮਤ ਵਾਲਾ ਹੈ, ਅਜਾਨ ਹੈ ਤੂੰ, ਬੜਾ ਹੀ ਅਣਜਾਣ ਹੈ। ਮਤ ਕਰ ਸੂਰਤ ਕੀਰ ਗੁਮਾਨ। ਮਤਾ ਆਪਣੀ ਸੂਰਤ ਦਾ ਗੁਮਾਨ ਕਰ ਵੀ ਮੈਂ ਬੜਾ ਸੋਹਣਾ ਹੈ, ਮੇਰੇ ਕੋਲ ਰਾਜ ਭਾਗ ਬਹੁਤ ਹੈ, ਮੇਰੇ ਕੋਲ ਪਦਾਰਥ ਬਹੁਤਾ, ਫੌਜਾਂ ਬੜੀਆਂ, ਪਦਾਰਥ ਬੜਾ ਹੈ, ਹਿੰਦੁਸਤਾਨ ਦਾ ਮੈਂ ਚੱਕਰਵਰਤੀ ਰਾਜਾ। ਇਹਨਾਂ ਗੱਲਾਂ ਦਾ ਮਾਣ ਨਾ ਕਰ, ਕਿਉਂਕਿ ਔਰੰਗਜ਼ੇਬ ਦਾ ਮਤਲਬ ਹੀ ਗੁਰਮੁਖ ਪਿਆਰਿਓ ਸੁੰਦਰ ਸਰੂਪ ਵਾਲਾ ਹੁੰਦਾ। ਕਹਿੰਦੇ ਨਾ ਤਾਂ ਤੂੰ ਬੜਾ ਸੁੰਦਰ ਸਰੂਪ ਵਾਲਾ ਰਖਾ ਰੱਖਿਆ ਤੇ ਇਸੇ ਗੁਮਾਨ ਵਿੱਚ ਫਿਰਦਾ ਹੈ। ਹਮ ਜੋ ਗੁਰੂ ਗੁਰੂ ਸੋ ਹਮ ਹੈ। ਆਕਾਸ਼ਬਾਣੀ ਜਿਹੜੀ ਆਵਾਜ਼ ਆ ਰਹੀ ਹੈ, ਉਹ ਆਵਾਜ਼ ਕਹਿੰਦੀ ਮੈਂ ਹੀ ਗੁਰੂ ਗੋਬਿੰਦ ਸਿੰਘ ਹਾਂ ਤੇ ਗੁਰੂ ਗੋਬਿੰਦ ਸਿੰਘ ਹੀ ਮੇਰਾ ਰੂਪ ਹੈ। ਮੇਰੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਵਿੱਚ ਕੋਈ ਭੇਦ ਨਹੀਂ ਹੈ। ਤੂੰ ਬੰਦਾ ਕਿਮਾ ਹੋਤ ਸਨ ਹੈ। ਕਹਿੰਦੇ ਤੂੰ ਆਮ ਜਿਹਾ ਇੱਕ ਅਦਨਾ ਜਿਹਾ ਇਨਸਾਨ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਰਾਬਰ ਕਿਵੇਂ ਹੋ ਗਿਆ? ਮਤ ਬਰਾਬਰੀ ਕਰ ਮਤ ਮੰਦੀ। ਇਹ ਖੋਟੀ ਮਤ ਵਾਲੇ ਔਰੰਗਿਆ, ਨਾ ਤੂੰ ਬਰਾਬਰੀ ਕਰ ਗੁਰੂ ਗੋਬਿੰਦ ਸਿੰਘ ਦੀ। ਇਹ ਤੋ ਮੇਰ ਰੰਜ ਤੂੰ ਬੰਦੀ। ਇਹ ਤਾਂ ਮੇਰ ਸੁਮੇਰ ਪਰਬਤ ਦੀ ਤਰ੍ਹਾਂ ਤੇ ਤੂੰ ਰੰਚਕ ਮਾਤਰ, ਤਿਣਕੇ ਮਾਤਰ ਹੈ ਇਹਨਾਂ ਦੇ ਸਾਹਮਣੇ। ਮਤ ਸਲਤਨ ਕੋ ਧਰੋ ਗੁਮਾਨ।
ਮਾਤਾ ਆਪਣੀ ਸਲਤਨਤ ਦਾ, ਆਪਣੀ ਰਾਜ ਭਾਗ ਦਾ ਤੂੰ ਗੁਮਾਨ ਧਾਰ, ਮਨ ਵਿੱਚ ਹੰਕਾਰ ਕਰ। ਆਜ ਕੇ ਕਾਲ ਬਨਾਈ ਜਾਨ, ਇਹ ਤਾਂ ਸਮਝ ਲੈ ਅੱਜ ਕੇ ਕੱਲ ਫਨਾਹ ਹੋਣ ਵਾਲਾ ਹੈ, ਇਹ ਰਹੇਗਾ ਨਹੀਂ ਰਾਜ ਭਾਗ, ਤੇਰੀ ਸਲਤਨਤ ਖਤਮ ਹੋ ਜਾਵੇਗੀ। ਅਬ ਸਤਿਗੁਰ ਜੀ ਦਿਓ ਇਕ ਜੋਰ, ਫਿਰ ਆਵਾਜ਼ ਆਈ, ਹੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਹੁਣ ਇਸ ਨੂੰ ਛੱਡ ਦਿਓ। ਇਵ ਸੁਨ ਹਟੇ ਸੋ ਪਾਛਲ ਹੋਰ, ਇਉਂ ਸੁਣ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਪਿਛਾਂਹ ਹਟ ਗਏ, ਛੱਡ ਦਿੱਤਾ ਇਸ ਨੂੰ। ਔਰ ਕਰੇ ਕਰ ਗੁਰੂ ਨਿਹਾਰਾ, ਫਿਰ ਇਹਨੇ ਖੜ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲ ਵੇਖਿਆ। ਈਕ ਕਪੀਰਾ ਲਿਓ ਹਮਾਰਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਦੇ ਵੱਲ ਵੇਖਿਆ ਤੇ ਕਹਿੰਦੇ ਆ ਇੱਕ ਕਪੀਰਾ, ਇੱਕ ਕਟਾਰ, ਸਾਡੇ ਕਮਰ ਕਸੇ ਦਾ ਸ਼ਸਤਰ ਜਿਹੜਾ ਗਾਤਰੇ ਵਾਲਾ ਲੈ ਜਾ। ਬੈਠਿਓ ਸਿੰਘ ਕਟਕ ਜਨ ਭਈ, ਕਹਿੰਦੇ ਇਹਨੂੰ ਆਪਣੇ ਕੋਲ ਰੱਖਣਾ ਤੇ ਔਰੰਗਾਬਾਦ ਵਿੱਚ ਤੇਰੇ ਮਹਿਲ ਦੇ, ਤੇਰੇ ਦਰਬਾਰ ਦੇ ਬਾਹਰ 6 ਮਹੀਨੇ ਹੋ ਗਏ ਸਾਡੇ ਸਿੰਘਾਂ ਨੂੰ ਬੈਠਿਆਂ ਹੋਇਆਂ ਨੂੰ। ਤੋਏ ਮਿਲਨ ਕੋ ਹਮ ਪਠ ਦਈ, ਤੈਨੂੰ ਮਿਲਣ ਵਾਸਤੇ ਅਸੀਂ ਭੇਜੇ ਸੀ ਉਹ ਸਿੰਘ। ਸੋ ਮੰਗੈ ਇਹ ਦੇਵਨ ਕਰੋ, ਕਹਿੰਦੇ ਜਦੋਂ ਸਾਡੇ ਸਿੰਘ ਤੈਨੂੰ ਚਿੱਠੀ ਦੇਣ, ਸਾਡੀ ਉਹ ਚਿੱਠੀ ਵੀ ਲੈ ਲਈ, ਤੇ ਜਦੋਂ ਤੇਰੇ ਤੋਂ ਮੰਗਣ ਸਾਡੀ ਅਮਾਨਤ, ਤਾਂ ਆ ਕਟਾਰ ਉਸ ਵੇਲੇ ਤੂੰ ਉਹਨਾਂ ਨੂੰ ਵਾਪਸ ਕਰਨੀ ਹੈ। ਕਿਤਨੇ ਭਲੇ ਸੁਭਾਰ ਸੁਧਾਰੋ, ਸਤਿਗੁਰੂ ਜੀ ਕਹਿੰਦੇ ਓਨਾ ਸਮਾਂ ਇਹਨੂੰ ਆਪਣੇ ਕੋਲੇ ਸੰਭਾਲ ਕੇ ਰੱਖਣਾ ਹੈ। ਅਬ ਕਲ ਜਾਓ ਤਜੋ ਤਜ ਤਾਈ, ਸਤਿਗੁਰੂ ਜੀ ਕਹਿੰਦੇ ਹੁਣ ਅਰੰਗਿਆ ਤੈਨੂੰ ਛੱਡ ਦਿੱਤਾ ਜਾ, ਕਹਿੰਦੇ ਤੈਨੂੰ ਛੱਡ ਦਿੱਤਾ, ਚਲਿਆ ਜਾ ਇੱਥੋਂ। ਪਛਤਾਪ ਸਤਾਪ ਆਪਾ, ਇਹ ਹੁਣ ਬੜਾ ਪਛਤਾਪ ਕਰਦਾ ਵੀ ਮੈਂ ਬੜੇ ਪਾਪ ਕੀਤੇ ਆ। ਸਾਹਮਣੇ ਮੌਤ ਨਜ਼ਰ ਆਉਣ ਲੱਗ ਪਈ ਨਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਸਰੂਪ ਦੇਖ ਕੇ ਹੀ ਇਹ ਡਰ ਗਿਆ। ਵੀਰ ਰਸੀ ਅਵਸਥਾ ਦੇ ਵਿੱਚ ਸਤਿਗੁਰੂ ਜੀ ਜਦੋਂ ਵੇਖਿਆ, ਦੂਜੀ ਆਕਾਸ਼ਬਾਣੀ ਹੋ ਗਈ ਤੇ ਇਸ ਦੇ ਮਨ ਦੇ ਵਿੱਚ ਡਰ ਬੈਠ ਗਿਆ, ਬਹੁਤਾ ਹੀ ਡਰ ਗਿਆ, ਪਛਤਾਉਂਦਾ ਜਾਂਦਾ ਵੀ ਮੈਂ ਬੜੇ ਪਾਪ ਕੀਤੇ ਹਨ। ਸਤਿਗੁਰ ਤਬੈ ਦਮ ਦੇ ਆਈ, ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੀ ਸ਼ਕਤੀ ਦੇ ਨਾਲ ਮੱਕੇ ਮਦੀਨੇ ਤੋਂ ਇੱਕਦਮ ਵਾਪਸ ਦਮਦਮਾ ਸਾਹਿਬ ਪਹੁੰਚ ਗਏ। ਅਵਰੰਗ ਆਪਣੇ ਸਿਵਰ ਸਦਾਈ, ਇਧਰ ਔਰੰਗਾ ਆਪਣੀ ਦਮਕਸ਼ੀ ਪ੍ਰਾਣਾਯਾਮ ਦੀ ਤਾਕਤ ਦੇ ਨਾਲ ਵਾਪਸ ਆਪਣੇ ਸਰੀਰ ਵਿੱਚ ਔਰੰਗਾਬਾਦ ਪਹੁੰਚ ਗਿਆ। ਸਗਲੀ ਜਾਮਨ ਨੀਂਦ ਨ ਆਈ, ਆਪਣੇ ਘਰ ਪਹੁੰਚਿਆ, ਆਪਣੇ ਕਮਰੇ ਮਹੱਲ ਦੇ ਵਿੱਚ ਇਹ ਆਰਾਮ ਕਰਨ ਦਾ ਯਤਨ ਕਰਦਾ ਹੈ, ਪਰ ਸਾਰੀ ਰਾਤ ਇਹਨੂੰ ਹੁਣ ਨੀਂਦ ਕਿੱਥੋਂ ਆਉਣੀ ਸੀ। ਤਰਸੈ ਤਰਾਸਤ ਅਦਕੈ ਜਗ ਬਿਤਾਈ, ਤਰਾਸਦੇ ਹੋਏ ਨੇ, ਡਰਦੇ ਨੇ, ਇਹਨੇ ਅੱਧੀ ਰਾਤ ਤਾਂ ਜਾਗ ਕੇ ਹੀ ਬਤੀਤ ਕੀਤੀ। ਬੜੀ ਭਜਨ ਤੈ ਕੀਨ ਸ਼ਨਾਨਾ, ਹਾਂ ਜਦੋਂ ਸਵੇਰ ਦਾ ਫਜਰ ਦਾ ਵੇਲਾ ਹੋਇਆ ਤਾਂ ਇਹਨੇ ਉੱਠ ਕੇ ਇਸ਼ਨਾਨ ਕੀਤਾ। ਬਦਨ ਪਾਕ ਕਰ ਤਬੈ ਮਹਾਨਾ, ਹਾਂ ਆਪਣੇ ਮੂੰਹ ਨੂੰ ਪਵਿੱਤਰ ਕਰਕੇ ਤਾਂ ਉਸ ਵੇਲੇ ਇਹਨੇ ਆਪਣੀ ਸਭਾ ਦੇ ਵਿੱਚ ਪਹੁੰਚਣਾ ਕੀਤਾ। ਸਭਾ ਸਥਾਨ ਤੋਂ ਬੈਠਿਓ ਆਈ, ਜਾ ਕੇ ਆਪਣੀ ਸਭਾ ਦੇ ਵਿੱਚ ਆਪਣੇ ਦਰਬਾਰ ਵਿੱਚ ਬਹਿ ਗਿਆ ਔਰੰਗਜ਼ੇਬ। ਪਰਮਾਨ ਸਭ ਲਿਏ ਬੁਲਾਈ, ਸਾਰਿਆਂ ਨੂੰ ਬੰਦੇ ਭੇਜ ਕੇ ਆਪਣੇ ਅਹਿਲਕਾਰਾਂ ਨੂੰ ਬੁਲਾ ਲਿਆ। ਜੋ ਅਮਰਾਵ ਵਜ਼ੀਰ ਮਲਾਨੇ, ਜਿੰਨੇ ਵੀ ਉਮਰਾਓ ਵਜ਼ੀਰ, ਇਹਦੇ ਮੰਤਰੀ ਸੰਤਰੀ ਮੁਲਾਣੇ ਸਨ, ਬਸਲੰਦੀ ਸਭ ਆਮਨ ਥਾਨੈ, ਜਿੰਨੇ ਇਹਦੇ ਸਲਾਹਕਾਰ ਸੀ ਸਾਰੇ ਹੀ ਉੱਥੇ ਆ ਗਏ। ਕਾਜੀ ਗਨ ਉਲਮਾਓ ਕਲੀਰੀ, ਕਾਜੀ ਮੁੱਲਾ ਉਲਮਾਓ ਵਿਦਵਾਨ ਆਲਮ ਫਾਜ਼ਲ ਸਾਰੇ ਜਿੰਨੇ ਸਨ ਉਹ ਵੀ ਆਏ। ਕਰ ਤਸਲੀਮਤਾ ਤਿਸ ਮੇਰੀ, ਆ ਕੇ ਇਹਨੂੰ ਤਸਲੀਮਾਤ ਕੀਤੀ, ਦੁਆ ਸਲਾਮ ਕੀਤੀ, ਸਲਾਮਾ ਅਲੈਕਮ ਕੀਤਾ। ਇਹਨਾਂ ਨੇ ਆ ਕੇ ਝੁੱਕੇ ਨੂੰ ਨਿਜ ਨਜ ਥਾਨ ਸੇ ਸਮੁਦਾਈ, ਆਪੋ ਆਪਣੀ ਜਗ੍ਹਾ ਜਿੱਥੇ ਜਿਹਦਾ ਟਿਕਾਣਾ ਸੀ, ਜਿੱਥੇ ਉਹਦੇ ਮੁਤਾਬਕ ਆਪੋ ਆਪਣੇ ਥਾਵਾਂ ਤੇ ਬੈਠ ਗਏ ਸੱਜ ਕੇ ਸਾਰੇ। ਸਭ ਮੈਂ ਅਵਰੰਗ ਬਾਤ ਜਲਾਈ, ਸਾਰਿਆਂ ਦੇ ਵਿੱਚ ਔਰੰਗਜ਼ੇਬ ਨੇ ਉਸ ਵੇਲੇ ਪੁੱਛਿਆ, ਗੁਰ ਕੋ ਸਿੰਘ ਇਹਾਂ ਦਰ ਆਇਓ, ਕਹਿੰਦਾ ਮੈਨੂੰ ਦੱਸੋ ਵੀ ਕੀ ਗੁਰੂ ਗੋਬਿੰਦ ਸਿੰਘ ਦੇ ਸਿੰਘ ਵੀ ਕੋਈ ਇੱਥੇ ਚੱਲ ਕੇ ਆਏ ਹੋਏ ਹਨ? ਕੀਰਤਨ ਸੁਣ ਕਰ ਜੋਰ ਬਤਾਇਓ, ਕਈਆਂ ਨੇ ਸੁਣਿਆ, ਜਦੋਂ ਵਿੱਚੋਂ ਹੱਥ ਜੋੜ ਕੇ ਕਹਿਣ ਲੱਗੇ ਦੱਸਿਆ। ਜਨਤ ਜੀ ਬਹੁ ਜਨਤੀ ਆਵਾ, ਕਹਿੰਦੇ ਬਾਦਸ਼ਾਹ ਸਲਾਮਤ, ਉਹਨਾਂ ਨੂੰ ਆਇਆ ਨੂੰ ਤਾਂ ਬਹੁਤ ਮਹੀਨੇ ਹੋ ਗਏ, ਕਿਨਹੁ ਤੁਮ ਸੰਗ ਮਿਲਾਵਾ, ਪਰ ਤੁਹਾਡੇ ਨਾਲ ਉਹਨਾਂ ਨੂੰ ਕਿਸੇ ਨੇ ਮਿਲਾਇਆ ਨਹੀਂ। ਨਿਰੰਤਰ ਅੰਤਰ ਐਬੀ, ਉਹ ਚਾਹੁੰਦੇ ਸੀ ਨਿਰੰਤਰ ਹੀ ਉਹ ਯਤਨ ਕਰਦੇ ਰਹੇ ਲਗਾਤਾਰ, ਪਰ ਤੁਹਾਡੇ ਨਾਲ ਮਿਲਾਪ ਨਹੀਂ ਕਰਾਇਆ ਉਹਨਾਂ ਦਾ ਕਿਸੇ ਨੇ। ਜਤਨ ਅਨਗਤ ਪਰਮਿਸ਼ਨਾ ਪੈਬੀ,
ਉਹਨਾਂ ਨੇ ਵੀ ਕੋਸ਼ਿਸ਼ ਬੜੀ ਕੀਤੀ ਪਰ ਉਹ ਅੰਦਰ ਪ੍ਰਵੇਸ਼ ਹੀ ਨਹੀਂ ਕਰਨ ਦਿੱਤਾ, ਅੰਦਰ ਵੜਨ ਨਹੀਂ ਦਿੱਤਾ ਉਹਨਾਂ ਨੂੰ ਕਿਸੇ ਨੇ। ਸੁਨ ਤਦ ਸਿਨ ਅਵ ਰੰਗ ਬਲਵਾਇਓ। ਉਸ ਵੇਲੇ ਔਰੰਗਜ਼ੇਬ ਨੇ ਜਦੋਂ ਸੁਣਿਆ ਵੀ ਵਾਕਈ ਜਿਹੜੀ ਗੱਲ ਰਾਤ ਹੋਈ ਹੈ ਉਹ ਤਾਂ ਸੱਚੀ ਹੈ, ਉਸੇ ਵੇਲੇ ਬੰਦਾ ਭੇਜ ਕੇ ਆਪਣਾ ਦੋਵੇਂ ਸਿੰਘਾਂ ਨੂੰ, ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ ਨੂੰ ਬੁਲਾਇਆ। ਦਇਆ ਸਿੰਘ ਨਾਲ ਸੰਗ ਸੁਲਾਇਓ। ਇਹਨੇ ਜਿਹੜਾ ਬੰਦਾ ਭੇਜਿਆ ਸੀ ਉਹਦੇ ਨਾਲ ਭਾਈ ਦਇਆ ਸਿੰਘ ਜੀ ਚੱਲ ਕੇ ਆਏ। ਧਰਮ ਸਿੰਘ ਸਨ ਅੰਤਰ ਗਈ। ਸਮੇਤ ਭਾਈ ਧਰਮ ਸਿੰਘ ਦੇ ਅੰਦਰ ਚਲੇ ਗਏ। ਸਿਰਨ ਵਾਗੋ ਗੁਰਕਨਾ ਕਈ। ਜਾ ਕੇ ਇਹਦੇ ਅਹਿਲਕਾਰਾਂ ਨੇ ਤਾਂ ਉਹਨੂੰ ਝੁੱਕ ਕੇ ਦੁਆ ਸਲਾਮ ਕੀਤੀ ਔਰੰਗਜ਼ੇਬ ਨੂੰ, ਪਰ ਗੁਰੂ ਦੇ ਸਿੰਘਾਂ ਨੇ ਝੁੱਕ ਕੇ ਉਹਨੂੰ ਸਲਾਮ ਨਾ ਕੀਤੀ। ਕਰਿਓ ਹੁਕਮਨਾਮਾ ਸੋ ਅਗਾਰੀ। ਗੁਰੂ ਕੇ ਸਿੰਘਾਂ ਨੇ ਉੱਥੇ ਇੱਕ ਤਰਕੀਬ ਵਰਤੀ। ਉਹਨਾਂ ਨੇ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਜ਼ਫਰਨਾਮਾ ਹੁਕਮ ਸੀ, ਸਤਿਗੁਰੂ ਦੀ ਬਾਣੀ ਸੀ, ਉਹਨੂੰ ਸਾਹਮਣੇ ਕਰ ਲਿਆ ਧਰ ਕੈ ਸਾਹ ਸੁਨੀਪੋ ਚਾਰੀ। ਔਰ ਇਹ ਸਾਹਮਣੇ ਆਪਣੇ ਰੱਖ ਕੇ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਬਾਦਸ਼ਾਹ ਔਰੰਗੇ ਨੂੰ ਕਹਿਣ ਲੱਗੇ। ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੇ ਸਿੰਘ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਇਹਨਾਂ ਨੇ ਝੁਕ ਕੇ, ਹੁਣ ਝੁਕੇ ਔਰੰਗਜ਼ੇਬ ਦੇ ਸਾਹਮਣੇ ਨਹੀਂ, ਇਹਨਾਂ ਨੂੰ ਪਤਾ ਸੀ ਵੀ ਝੁਕਣਾ ਤਾਂ ਉੱਥੇ ਪੈਣਾ ਹੈ ਕਿਉਂਕਿ ਬਾਦਸ਼ਾਹ ਬੜਾ ਤਵੱਸਵੀ ਹੈ, ਪਰ ਇਹਨਾਂ ਨੇ ਤਰਕੀਬ ਵਰਤ ਲਈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਜ਼ਫਰਨਾਮਾ ਸਾਹਮਣੇ ਰੱਖ ਕੇ ਉਹਦਾ ਧਿਆਨ ਧਰ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ। ਕਈ ਹੁਕਮਨਾਮੇ ਦੇਸ਼ ਚਿਤ। ਆਪਣਾ ਚਿੱਤ ਹੁਕਮਨਾਮੇ ਵੱਲ ਰੱਖਿਆ, ਮਨ ਉਧਰ ਨੂੰ ਰੱਖਿਆ ਸਤਿਗੁਰੂ ਜੀ ਦੀ ਬਾਣੀ ਵੱਲ, ਜ਼ਫਰਨਾਮੇ ਵੱਲ। ਪਰਵਾਨੇ ਕੋ ਕਰ ਅਗਵਾਈ। ਸੋ ਇਸ ਤਰ੍ਹਾਂ ਅਦਬ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪਰਵਾਨਾ ਸੀ, ਚਿੱਠੀ ਸੀ, ਉਹਨੂੰ ਝੁਕ ਕੇ ਇਹਨਾਂ ਨੇ ਫਤਿਹ ਬੁਲਾਈ। ਆਪਣੀ ਸਿੱਖੀ ਰਾਤ ਦਿਖਾਈ। ਇਉਂ ਗੁਰੂ ਕੇ ਸਿੰਘਾਂ ਨੇ ਆਪਣੀ ਸਿਆਣਪ ਦੇ ਨਾਲ ਸਿੱਖੀ ਸਿਦਕ ਵੀ ਰੱਖਿਆ, ਔਰੰਗੇ ਨੂੰ ਵੀ ਨਹੀਂ ਝੁਕੇ ਤੇ ਝੁਕ ਕੇ ਜਿਹੜੀ ਸਲਾਮ ਕੀਤੀ, ਵਾਹਿਗੁਰੂ ਜੀ ਕੀ ਫਤਿਹ ਬੁਲਾਈ, ਉਹ ਵੀ ਗੁਰੂ ਕੀ ਬਾਣੀ ਦਾ ਧਿਆਨ ਧਰ ਕੇ ਬੁਲਾਈ। ਸੁਨ ਬਿਗ ਕੈ ਅਵ ਰੰਗ ਚੌਗੱਤਾ ਚਗੱਤਾ। ਜਿਹੜਾ ਇਹ ਚੁਗੱਤੇ ਗੋਤ ਦਾ ਔਰੰਗਜ਼ੇਬ ਹੈ, ਉਹ ਸੁਣ ਕੇ ਗੁਰੂ ਕੇ ਸਿੰਘਾਂ ਦੀ ਬੁਲਾਈ ਹੋਈ ਫਤਿਹ ਨੂੰ ਤੇ ਇਹ ਸਾਰਾ ਸੀਨ ਦੇਖ ਕੇ, ਮੈਂ ਗੁਰ ਬੋਲਿਓ ਮਦ ਮਕਰਮਤਾ। ਕਿਉਂਕਿ ਮਦ ਮਸਤ ਹੋਇਆ ਸੀ ਨਾ ਰਾਜ ਭਾਗ ਦੇ ਵਿੱਚ, ਸੋ ਇਸ ਕਰਕੇ ਇਹ ਕੁਝ ਵੀ ਬੋਲਿਆ ਨਾ। ਪਰਵਾਨਾ ਕੁਝ ਪੜਿਓ ਪੜਾਇਓ। ਫਿਰ ਇਹਨੇ ਪਰਵਾਨਾ ਜਿਹੜਾ ਚਿੱਠੀ ਸੀ ਜ਼ਫਰਨਾਮਾ ਸਾਹਿਬ ਸਤਿਗੁਰੂ ਜੀ ਦਾ, ਇਹ ਸਿੰਘਾਂ ਤੋਂ ਲੈ ਕੇ ਕੁਝ ਆਪ ਪੜਿਆ ਤੇ ਕੁਝ ਜਿੱਥੋਂ ਇਹਨੂੰ ਵਿੱਚੋਂ ਸਮਝ ਨਾ ਲੱਗੀ ਆਪਣੇ ਨਾਲ ਦੇ ਸਾਥੀਆਂ ਤੋਂ ਪੜਾਇਆ। ਸਭ ਮਤਲਬ ਸਮਝਿਓ ਸਮਝਾਇਓ। ਜੋ ਗੁਰੂ ਮਹਾਰਾਜ ਨੇ ਉਹਦੇ ਵਿੱਚ ਲਿਖਿਆ ਸੀ ਸਾਰੀਆਂ ਗੱਲਾਂ ਦਾ ਮਤਲਬ ਇਹਨੇ ਸਮਝਿਆ ਸਮਝਾਇਆ, ਪਰ ਇਹਨੇ ਔਰੰਗਜ਼ੇਬ ਨੇ ਜਿੱਥੇ ਗੁਰੂ ਮਹਾਰਾਜ ਨੇ ਜ਼ਫਰਨਾਮੇ ਦੀ ਆਰੰਭਤਾ ਕੀਤੀ ਆ ਨਾ, ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਕਮ 7, ਉਹ ਨਾ ਪੜਿਆ, ਵਾਹਿਗੁਰੂ ਜੀ ਕੀ ਫਤਿਹ ਨਹੀਂ ਸੀ ਬੁਲਾਉਂਦਾ, ਕਿਉਂਕਿ ਇਹ ਜਿਹੜੇ ਤੁਰਕ ਪਠਾਨ ਸੀ ਨਾ, ਇਹ ਇੰਨੀ ਅਲਰਜੀ ਮੰਨਦੇ ਸੀ ਵਾਹਿਗੁਰੂ ਜੀ ਕੀ ਫਤਿਹ ਤੋਂ ਜਾਂ ਗੁਰੂ ਕਹਿਣ ਤੋਂ। ਇਹਨਾਂ ਨੇ ਹੁਕਮ ਦੇ ਦਿੱਤਾ ਸੀ ਵੀ ਗੁੜ ਵੀ ਨਹੀਂ ਕਿਸੇ ਨੇ ਕਹਿਣਾ, ਕਿਉਂਕਿ ਗੁੜ ਕਹੀਏ ਤੇ ਗੁਰ ਯਾਦ ਆਉਂਦਾ, ਗੁਰੂ ਯਾਦ ਆਉਂਦਾ। ਇਹ ਰੋੜੀ ਕਹਿੰਦੇ ਹੁੰਦੇ ਸੀ, ਜੇ ਇਹਨਾਂ ਨੇ ਗੁੜ ਮੰਗਣਾ ਕਹਿੰਦੇ ਰੋੜੀ ਲਿਆਓ ਖਾਣੀ ਹੈ। ਸੋ ਇੰਨੀ ਇਹ ਨਫ਼ਰਤ ਕਰਦੇ ਸੀ, ਇਸ ਕਰਕੇ ਇਹਨੇ ਨਫ਼ਰਤ ਦੇ ਕਾਰਨ ਆਰੰਭਤਾ ਤੇ ਜਿੱਥੇ ਮਹਾਰਾਜ ਨੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਿਖੀ ਹੈ ਉਹ ਨਾ ਪੜਿਆ, ਹੁਕਮ 7 ਤੋਂ ਅੱਗੇ ਇਹਨੇ ਸਾਰਾ ਪੜਿਆ, ਸਾਰੀ ਚਿੱਠੀ ਪੜ੍ਹ ਲਈ। ਉਹਨੂੰ ਨਹੀਂ ਸੀ ਜਾਣ ਬੁੱਝ ਕੇ ਨਹੀਂ ਸੀ ਪੜਦਾ ਇਹ, ਕਿ ਕਿਤੇ ਮੇਰੇ ਮੂੰਹ ਭੁੱਲ ਕੇ ਵੀ ਵਾਹਿਗੁਰੂ ਜੀ ਕੀ ਫਤਿਹ ਨਾ ਕਹੀ ਜਾਵੇ, ਇਸ ਕਰਕੇ ਉਹ ਪੜਦਾ ਨਹੀਂ ਸੀ। ਹੁਕਮ 7 ਦਾ ਮਤਲਬ ਹੁੰਦਾ ਗੁਰਮੁਖੋ, ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ ਨਾ ਬੰਦਾ, ਦੁਨੀਆ ਤੋਂ ਤੁਰ ਜੇ, ਆਪਾਂ ਕਹਿੰਦੇ ਇਹਦਾ ਹੁਕਮ 7 ਹੋ ਗਿਆ ਹੁਣ। ਤੇ ਮਹਾਰਾਜ ਨੇ ਹੁਕਮ 7 ਵੀ ਲਿਖਿਆ ਇਸ ਕਰਕੇ ਹੈ ਵੀ ਮਹਾਰਾਜ ਜੀ ਦੇ ਬਚਨ ਪੜ੍ਹ ਕੇ ਇਹ ਜਿਹੜਾ ਔਰੰਗਾ ਹੈ ਜ਼ਫਰਨਾਮਾ ਪੜ੍ਹ ਕੇ ਇਹਦਾ ਹੁਕਮ 7 ਹੋ ਜਾਣਾ, ਇਹਨੇ ਚੱਲ ਜਾਣਾ ਇਸ ਸੰਸਾਰ ਤੋਂ। ਬਾਕੀ ਸਾਰੀ ਚਿੱਠੀ ਪੜ੍ਹ ਲਈ, ਜਿਵੇਂ ਮਹਾਰਾਜ ਨੇ ਇਹਦੇ ਪਾਪ ਚੇਤੇ ਕਰਵਾਏ, ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਲਿਖਿਆ ਵੀ ਆ ਤੇਰੀਆਂ ਫੌਜਾਂ ਵੱਡੇ ਵੱਡੇ ਜਰਨੈਲ, ਆਪਣੇ ਆਪ ਨੂੰ ਤੁਸੀਂ ਤੁਰਕ ਪਠਾਨ ਮੁਸਲਮਾਨ ਕਹਾਉਂਦੇ ਹੋ, ਤੁਸੀਂ ਤਾਂ ਦੀਨ ਇਮਾਨ ਤੋਂ ਗਰਕੇ ਹੋਏ ਲੋਕ ਹੋ, ਤੁਹਾਡੇ ਨਾਲੋਂ ਵੱਧ ਤਾਂ ਕੁਰਾਨ ਸ਼ਰੀਫ ਦਾ ਅਸੀਂ ਸਤਿਕਾਰ ਕਰਦੇ ਹਾਂ, ਤੁਸੀਂ ਕੁਰਾਨੇ ਸ਼ਰੀਫ ਦੇ ਉੱਤੇ, ਪਵਿੱਤਰ ਗ੍ਰੰਥ ਦੇ ਉੱਤੇ ਦਸਤਖਤ ਕਰਕੇ ਮੁੱਕਰ ਗਏ, ਝੂਠੀਆਂ ਸੌਹਾਂ ਖਾਧੀਆਂ, ਤੁਸੀਂ ਕਿਹੜੇ ਦੀਨ ਇਮਾਨ ਤੋਂ ਗਰਕੇ ਹੋਏ ਲੋਕ ਹੋ। ਮਹਾਰਾਜ ਸੱਚੇ ਪਾਤਸ਼ਾਹ ਨੇ ਸਪਸ਼ਟ ਇਹ ਜ਼ਫਰਨਾਮੇ ਦੇ ਵਿੱਚ ਲਿਖ ਕੇ ਭੇਜਿਆ ਔਰੰਗਜ਼ੇਬ ਨੂੰ, ਔਰੰਗਿਆ ਨਾ ਸਾਹਿਬ ਸਨਾਸੀ ਨਾ ਮੁਹੰਮਦ ਯਕੀਨ, ਨਾ ਕਹਿੰਦੇ ਤੂੰ ਖੁਦਾ ਨੂੰ ਪਛਾਣਿਆ, ਨਾ ਤੇਰਾ ਮੁਹੰਮਦ ਸਾਹਿਬ ਉੱਤੇ ਯਕੀਨ ਹੈ ਕੋਈ।
ਹੋਰ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀਆਂ ਕਹਿੰਦੇ ਆ ਕੋਈ ਜੰਗ ਹੁੰਦੀ ਹੈ, 40 ਸਿੰਘ ਉਹ ਵੀ ਭੁੱਖਣ ਭਾਣੇ, ਕਈਆਂ ਰਾਤਾਂ ਦੇ ਉਨੀਂਦਰੇ ਤੇ 10 ਲੱਖ ਮੁਲਖਈਆ ਉਹਨਾਂ ਦੇ ਉੱਤੇ ਲਿਆ ਚੜਾਇਆ। ਇਹ ਕੋਈ ਜੰਗ ਹੁੰਦੀ ਹੈ? ਸੂਰਮਿਆਂ ਵਾਲਾ ਕੰਮ ਕੀਤਾ, ਕਾਇਰਾਂ ਵਾਲੀ ਗੱਲ ਕੀਤੀ ਹੈ। ਤੇਰੇ ਵੱਡੇ ਵੱਡੇ ਸੂਰਮੇ ਕਹਿੰਦੇ ਉਹ ਪੌੜੀ ਲਾ ਕੇ ਨਾਰਖਾਂ ਚੜਨ ਲੱਗਿਆ ਸੀ, ਕਹਿੰਦੇ ਅਸੀਂ ਥੋੜਾ ਜਿਹਾ ਉਹਨੇ ਚਮਕੌਰ ਦੀ ਗੜੀ ਤੇ ਲਾ ਕੇ ਪੌੜੀ ਤੇ ਤਾਂ ਨੂੰ ਸਿਰ ਹੀ ਕੱਢਿਆ ਸੀ, ਅਸੀਂ ਕਹਿੰਦੇ ਆਪਣੇ ਭੱਥੇ ਵਿੱਚੋਂ ਇੱਕ ਤੀਰ ਕੱਢ ਕੇ ਉਹਨੂੰ ਬਖਸ਼ ਦਿੱਤਾ। ਮਹਾਰਾਜ ਨੇ ਇਹ ਨਹੀਂ ਲਿਖਿਆ ਮਾਰ ਦਿੱਤਾ, ਕਹਿੰਦੇ ਬਖਸ਼ ਦਿੱਤਾ, ਕਿਉਂਕਿ ਮਹਾਰਾਜ ਬਖਸ਼ਦੇ ਸੀ। ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਤੀਰਾਂ ਦੇ ਨਾਲ ਖਾਲਸਾ ਜੀ ਜਿਹੜੇ ਵੀ ਤੁਰਕ ਹੋਣ, ਪਠਾਨ ਹੋਣ, ਜਿੰਨਾ ਮਰਜੀ ਪਾਪੀ ਬੰਦਾ ਹੋਵੇ ਜਿਹੜਾ ਚੜ੍ਹਾਈ ਕੀਤਾ ਉਹ ਸੱਚਖੰਡ ਨੂੰ ਹੀ ਗਿਆ ਹੋਣਾ, ਕਿਉਂਕਿ ਮਹਾਰਾਜ ਦੇ ਹੱਥੋਂ ਉਹਨਾਂ ਦੀ ਮੌਤ ਹੋਣੀ, ਸਾਹਮਣੇ ਖੁਦਾ ਦੇ ਦਰਸ਼ਨ ਹੋਣੇ, ਤੇ ਗੁਰਮੁਖੋ ਉਹ ਫਿਰ ਨਰਕਾਂ ਦੇ ਵਿੱਚ ਥੋੜੀ ਗਏ ਹੋਣਗੇ ਉਹ ਲੋਕ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਵੱਡੇ ਵੱਡੇ ਸੂਰਮੇ ਹੋਰ ਵੀ ਇੱਕ ਦੋ ਨੇ ਬੜਾ ਯਤਨ ਕੀਤਾ, ਤੇਰਾ ਕਹਿੰਦੇ ਖਵਾਜਾ ਮਹਿਮੂਦ ਜਿਹਨੂੰ ਤੂੰ ਕਹਿਣਾ, ਅਸੀਂ ਤਾਂ ਮਹਾਰਾਜ ਨੇ ਉਹਨੂੰ ਲਿਖਿਆ ਖਵਾਜਾ ਮਰਦੂਦ, ਮਰਦੂਦ ਨਾਮ ਹੈ ਕਾਇਰ ਦਾ, ਕਹਿੰਦੇ ਤੇਰਾ ਵੱਡਾ ਸੂਰਮਾ ਖਵਾਜਾ ਮਰਦੂਦ ਕਹਿੰਦੇ ਉਹ ਵੀ ਚੜਨ ਦਾ ਯਤਨ ਤਾਂ ਕਰਦਾ ਸੀ, ਸਾਨੂੰ ਦੇਖ ਕੇ ਕੰਧ ਦੇ ਉੱਲੇ ਹੋ ਗਿਆ, ਨਹੀਂ ਤਾਂ ਇੱਕ ਤੀਰ ਅਸੀਂ ਉਹਨੂੰ ਵੀ ਬਖਸ਼ ਦੇਣਾ ਸੀ, ਛੱਡਣਾ ਨਹੀਂ ਸੀ। ਮਹਾਰਾਜ ਨੇ ਇਉਂ ਸੰਖੇਪ ਦੇ ਵਿੱਚ ਚਮਕੌਰ ਦੀ ਜੰਗ ਦਾ ਹਾਲ ਲਿਖਿਆ। ਨਾਲੇ ਕਹਿੰਦੇ ਤੂੰ ਸੋਚਦਾ ਹੈ ਵੀ ਆ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ, ਮੇਰੇ ਵੱਡੇ ਪੁੱਤਰਾਂ ਨੂੰ ਤੂੰ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਕਰ ਦਿੱਤਾ 10 ਲੱਖ ਫੌਜ ਚੜਾ ਕੇ, ਪਰ ਫਿਰ ਵੀ ਮੇਰੇ ਸਿੰਘਾਂ ਨੇ ਸਵਾ ਲੱਖ ਨਾਲ ਇੱਕ ਲੜਿਆ, ਮੇਰੇ ਬਚਨਾਂ ਨੂੰ ਪੂਰਨ ਕੀਤਾ, 1.25 ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਤੇ ਕਹਿੰਦੇ ਤੂੰ ਕੀ ਸੋਚਦਾ ਮੇਰੀ ਜਿੱਤ ਹੋ ਗਈ? ਕਹਿੰਦੇ ਤੂੰ ਹਾਰ ਗਿਆ। ਆਪਣੀ ਅੰਤਰਾਤਮਾ ਨੂੰ ਪੁੱਛ ਕੇ ਦੇਖ। ਮਹਾਰਾਜ ਨੇ ਜਦੋਂ ਇਹੋ ਜਿਹੇ ਬਚਨ ਲਿਖੇ ਨਾ, ਔਰੰਗਜ਼ੇਬ ਪੜ੍ਹ ਕੇ ਅੰਦਰ ਤੱਕ ਕੰਮ ਗਿਆ। ਫਿਰ ਇਹ ਦੁਬਾਰੇ ਜਦੋਂ ਸਾਰੇ ਇਹਦੇ ਨਾਲ ਦੇ ਚਲੇ ਗਏ, ਦੁਬਾਰਾ ਇਹ ਜਫਰਨਾਮੇ ਨੂੰ ਪੜ੍ਹਦਾ ਹੈ। ਤੇ ਜਦੋਂ ਇਹਨੇ ਔਰੰਗਜ਼ੇਬ ਨੇ ਚਿੱਠੀ ਇਹ ਪੜ੍ਹ ਲਈ ਇੱਕ ਵਾਰੀ, ਉਸ ਵੇਲੇ ਭਾਈ ਦਇਆ ਸਿੰਘ ਜੀ ਨੇ ਡਰ ਹੋ ਕੇ, ਮਹਾਰਾਜ ਨੇ ਆਖਿਆ ਸੀ ਡਰਨਾ ਨਹੀਂ ਤੁਰਕ ਦੇ ਕੋਲੋਂ, ਬੇਝਿਜਕ ਹੋ ਕੇ ਬੋਲਣਾ ਹੈ। ਉਸ ਵੇਲੇ ਭਾਈ ਦਇਆ ਸਿੰਘ ਜੀ ਕਹਿੰਦੇ ਔਰੰਗਜ਼ੇਬ ਜਿਹੜੀ ਤੇਰੇ ਕੋਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਮਾਨਤ ਹੈ ਉਹ ਕਟਾਰ ਵੀ ਸਾਨੂੰ ਦੇ ਦੇ। ਇਹ ਵੀ ਮਹਾਰਾਜ ਨੇ ਬਚਨ ਕਰਕੇ ਭੇਜਿਆ। ਸੋ ਇਹ ਤਾਂ ਸਾਰੇ ਹੀ ਗੁਪਤ ਸਾਰੀ ਵਾਰਤਾ ਵਰਤੀ ਸੀ, ਇਹਨਾਂ ਨੂੰ ਕਿਵੇਂ ਪਤਾ ਲੱਗ ਗਈ? ਭਾਈ ਦਇਆ ਸਿੰਘ ਜੀ ਬੋਲ ਕੇ ਦੱਸਦੇ ਆ, ਕਹਿੰਦੇ ਜਿਹੜਾ ਗੁਪਤ ਰੂਪ ਵਿੱਚ ਤੈਨੂੰ ਮਹਾਰਾਜ ਨੇ ਸਾਹਮਣੇ ਆ ਕੇ ਤੇਰੇ ਕਟਾਰ ਦਿੱਤੀ ਆ ਨਾ, ਉਹ ਸਾਨੂੰ ਦੇ ਦੇ ਵਾਪਸ। ਉਸ ਵੇਲੇ ਸੁਣ ਕੇ ਔਰੰਗਜ਼ੇਬ ਫੇਰ ਕਹਿੰਦਾ ਕਹਿੰਦਾ ਤੁਸੀਂ ਹੈ ਕੌਣ, ਕਿੱਥੋਂ ਆਏ ਹੋ, ਕਿਹੜੇ ਕਾਰਜ ਵਾਸਤੇ ਤੇ ਤੁਹਾਨੂੰ ਕਿਸ ਨੇ ਭੇਜਿਆ? ਦਇਆ ਸਿੰਘ ਤਬ ਕਯੋ ਸੁਣਾਈ। ਭਾਈ ਦਇਆ ਸਿੰਘ ਸੁਣਾ ਕੇ ਕਹਿਣ ਲੱਗੇ ਅਸੀਂ ਗੁਰੂ ਦੇ ਸਿੱਖ ਹਾਂ, ਮੇਰਾ ਨਾਮ ਭਾਈ ਦਇਆ ਸਿੰਘ, ਮੇਰੇ ਨਾਲ ਦਾ ਸਾਥੀ ਭਾਈ ਧਰਮ ਸਿੰਘ, ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਭੇਜਿਆ ਹੈ। ਮਦਰ ਦੇਸ਼ ਤੋਂ, ਪੰਜਾਬ ਦੀ ਧਰਤੀ ਤੋਂ ਚੱਲ ਕੇ ਅਸੀਂ ਆਏ ਹਾਂ। ਉਹ ਸਾਨੂੰ ਕਾਜ ਜਿਹੜਾ ਸਤਿਗੁਰੂ ਨੇ ਫਰਮਾਇਆ ਦੱਸਿਆ ਸੀ ਤੈਨੂੰ ਮਿਲਣ ਦਾ। ਉਸ ਵੇਲੇ ਸੁਣ ਕੇ ਨਰੰਗਾ ਕਹਿਣ ਲੱਗਾ ਹੁਣ ਤੁਹਾਡਾ ਗੁਰੂ ਕਿੱਥੇ ਹੈ? ਕਹਿੰਦਾ ਕੀ ਉੱਥੇ ਹੀ ਹੈ ਜਿੱਥੋਂ ਤੋਂ ਬੈਠ ਕੇ ਤੁਹਾਨੂੰ ਭੇਜਿਆ ਸੀ, ਕਿ ਹੋਰ ਕਿਤੇ ਚਲਿਆ ਗਿਆ? ਉਸ ਜਗ੍ਹਾ ਨਹੀਂ ਹੈਗਾ, ਹੋਰ ਥਾਂ ਚਲਿਆ ਗਿਆ। ਇਹ ਵੀ ਪੱਕਾ ਕਰਨਾ ਚਾਹੁੰਦਾ ਨੇ ਵੀ ਸ਼ਾਇਦ ਮਹਾਰਾਜ ਸੱਚੇ ਪਾਤਸ਼ਾਹ ਮੱਕੇ ਵਿੱਚ ਹੋਣ। ਮਹਾਰਾਜ ਦੀ ਅਜ਼ਮਤ ਨੂੰ ਨਹੀਂ ਪਛਾਣ ਰਿਹਾ ਨਾ, ਵੀ ਆਪਣੇ ਆਪ ਨੂੰ ਤਾਂ ਸਮਝਦਾ ਮੇਰੇ 'ਚ ਤਾਕਤ ਹੈ, ਵੀ ਮੈਂ ਆਪਣਾ ਸਰੀਰ ਛੱਡ ਕੇ ਪ੍ਰਾਣਾਯਾਮ ਦੁਆਰਾ ਮੱਕੇ ਜਾ ਕੇ ਨਮਾਜ਼ ਪੜ੍ਹ ਲੈਣਾ ਕਾਬੇ ਵਿੱਚ, ਪਰ ਇਹਨੂੰ ਭੁਲੇਖਾ ਵੀ ਸ਼ਾਇਦ ਗੁਰੂ ਮਹਾਰਾਜ ਉੱਥੇ ਪ੍ਰਤੱਖ ਤੌਰ ਦੇ ਉੱਤੇ ਤੁਰੇ ਫਿਰਦੇ ਆ। ਇਸ ਕਰਕੇ ਇਹ ਆਪਣੀ ਸ਼ੰਕਾ ਦੂਰ ਕਰਨ ਵਾਸਤੇ ਪੁੱਛਦਾ ਹੈ ਵੀ ਜਿੱਥੋਂ ਗੁਰੂ ਗੋਬਿੰਦ ਸਿੰਘ ਨੇ ਤੁਹਾਨੂੰ ਭੇਜਿਆ ਵੀ ਉਹ ਉਸੇ ਜਗ੍ਹਾ ਹੈਗੇ ਆ ਹੁਣ, ਜਾਂ ਕਿਤੇ ਹੋਰ ਚਲੇ ਗਏ? ਉਸ ਵੇਲੇ ਭਾਈ ਦਇਆ ਸਿੰਘ ਨੇ ਸੁਣ ਕੇ ਉੱਤਰ ਦਿੱਤਾ, ਕਹਿੰਦੇ ਸਾਡਾ ਗੁਰੂ ਤਾਂ ਹਰ ਜਗ੍ਹਾ ਦੇ ਉੱਤੇ ਹੀ ਹਾਜ਼ਰ ਨਾਜ਼ਰ ਹੈ, ਤੂੰ ਕਿਹੜੀਆਂ ਗੱਲਾਂ ਕਰਦਾ ਵੀ ਗੁਰੂ ਕਿੱਥੇ ਹੈ? ਕਹਿੰਦਾ ਗੁਰੂ ਤਾਂ ਇੱਥੇ ਵੀ ਹੈ।
ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਪੂਤੇ। ਉਹ ਗੁਰੂ ਤਾਂ ਹਰ ਇੱਕ ਜਗ੍ਹਾ ਤੇ ਹਾਜ਼ਰ ਨਾਜ਼ਰ ਹੈ, ਸਦਾ ਹਜ਼ੂਰ ਹਾਜ਼ਰ ਹੈ ਨਾ। ਉਹ ਮਹਾਰਾਜ ਸੱਚੇ ਪਾਤਸ਼ਾਹ ਤਾਂ ਇੱਥੇ ਵੀ ਸਾਰੀਆਂ ਜਗ੍ਹਾ ਦੇ ਉੱਤੇ ਹਨ। ਜਹਾਂ ਸੁਮਰੈ ਹਾਜ਼ਰ ਹੋਏ। ਜਿੱਥੇ ਜਿੱਥੇ ਉਹਨੂੰ ਸਿਮਰੀਏ ਚੇਤੇ ਕਰੀਏ ਸ਼ਰਧਾ ਭਾਵਨਾ ਨਾਲ ਹਾਜ਼ਰ ਹੋ ਜਾਂਦੇ ਹਨ। ਤੇਰੇ ਆਗੇ ਗੁਰ ਸੋਈ। ਕਹਿੰਦੇ ਹੁਣ ਤੇਰੇ ਸਾਹਮਣੇ ਵੀ ਇਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਨ। ਪਰ ਬੂਝ ਮੇ ਹੇਤ ਨਰੰਗਾ। ਉਸ ਵੇਲੇ ਨਰੰਗਾ ਜਿਹੜਾ ਔਰੰਗਜ਼ੇਬ ਪੁੱਛਣ ਵਾਸਤੇ ਬੋਲਿਓ ਮੁਗਤੇ ਸਿੰਘਨ ਸੰਗਾ। ਸਿੰਘਾਂ ਨੂੰ ਕਹਿਣ ਲੱਗਿਆ, ਤੁਮ ਗੁਰ ਸਿੱਖ ਅਰ ਗੁਰੂ ਤੁਮਾਰੀ। ਕਹਿੰਦਾ ਤੁਸੀਂ ਗੁਰੂ ਦੇ ਸਿੱਖ ਹੋ ਤੇ ਤੁਹਾਡਾ ਜੋ ਗੁਰੂ ਹੈ ਲਗੀਅਤ ਕਰਾਮਾਤ ਕੀ ਧਾਰੀ। ਕਹਿੰਦਾ ਮੈਂ ਸੁਣਿਆ ਵੀ ਤੁਹਾਡਾ ਗੁਰੂ ਵੀ ਬੜਾ ਕਰਾਮਾਤੀ ਹੈ ਤੇ ਤੁਸੀਂ ਵੀ ਬੜੀਆਂ ਕਰਾਮਾਤਾਂ ਵਾਲੇ ਹੋ। ਸੋ ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਿੰਘਾਂ ਨੂੰ ਇਹ ਔਰੰਗਾ ਪੁੱਛਦਾ ਹੈ। ਤੇ ਫਿਰ ਜਿਵੇਂ ਗੁਰੂ ਕੇ ਸਿੰਘ ਇੱਥੇ ਕਰਾਮਾਤ ਦਿਖਾਉਣਗੇ, ਇੱਕ ਕੁੱਤੇ ਨੂੰ ਬੁਲਾ ਦੇਣਗੇ ਦੇ ਸਾਹਮਣੇ, ਕੁੱਤੇ ਦੇ ਨਾਲ ਗੱਲਾਂ ਕਰਾ ਦੇਣਗੇ ਔਰੰਗਜ਼ੇਬ ਦੀਆਂ। ਸੋ ਸਮੇਂ ਦੀ ਸੰਪੂਰਨਤਾ ਹੋਣ ਕਰਕੇ ਆਪਾਂ ਇਹ ਇਤਿਹਾਸ ਰਹਿੰਦਾ ਕੱਲ ਦੇ ਦੀਵਾਨ ਦੇ ਵਿੱਚ ਸ਼ਾਮ ਨੂੰ ਇਸੇ ਹੀ ਸਮੇਂ ਦੇ ਵਿੱਚ ਵਿਚਾਰਾਂਗੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮਤ ਬਖਸ਼ਣ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਗੁਰ ਫਤਿਹ ਗਜਾਈਏ, ਉਪਰੰਤ ਅਰਦਾਸ ਵਿੱਚ ਹਾਜ਼ਰੀ ਲਵਾਈਏ। ਦੇਹੋ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਤੁਮ ਗੁਰ ਸਿੱਖ ਅਰ ਗੁਰੂ ਤੁਮਾਰੀ। ਲਖੀਅਤ ਕਰਾਮਾਤ ਕੋ ਤੁਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।